ਸੋ ਜਿਸ ਹਿਸਾਬ ਦੇ ਨਾਲ ਪਿਛਲੇ ਹਫ਼ਤੇ ਤੋਂ ਅੰਕੜਾ ਵੱਧਦਾ ਜਾ ਰਿਹਾ ਸੀਗਾ, ਕੱਲ੍ਹ ਵੀ ਤਕਰੀਬਨ 750 ਦੇ ਕਰੀਬ ਜਿਹੜੇ ਕਰੋਨਾ ਕੇਸ ਸੀਗੇ ਤੇ 10 ਮੌਤਾਂ ਹੋਈਆਂ ਸੀਗੀਆਂ। ਪਰ ਅੱਜ ਹੈਰਾਨੀ ਹੋਈ ਇਸ ਗੱਲ ਦੀ। ਸਭ ਤੋਂ ਵੱਡੀ ਗੱਲ ਕਿ ਜਿਹੜੇ ਧਾਰਮਿਕ ਸਥਾਨ ਆ ਉਹਨਾਂ ਦੇ ਵਿੱਚ ਜਿਹੜੀ ਹੈ ਜੀ ਇਹ ਪਾਬੰਦੀ ਲਾ ਦਿੱਤੀ ਗਈ ਆ। ਪਰ ਜਿਹੜੇ ਬਾਹਰਲੇ ਸੂਬਿਆਂ ਤੋਂ ਲੋਕ ਆ ਉਹ ਇੱਕ ਦੂਜੇ ਨਾਲ ਸਫ਼ਰ ਕਰਦੇ, ਜਹਾਜ਼ ਵੀ ਚੱਲਦੇ ਸੀਗੇ, ਉਹਨਾਂ ਨੂੰ ਵੀ ਇਹੀ ਅਪੀਲ ਕੀਤੀ ਗਈ ਹੈ ਕਿ ਬਾਹਰਲੇ ਸੂਬਿਆਂ ਦੇ ਲੋਕ ਵੀ BC ਦੇ ਵਿੱਚ ਨਾ ਆਉਣ ਜੀ। ਇੱਕ RCMP ਦੇ ਵਿੱਚ ਕੋਈ RCMP ਨੇ ਕੋਈ ਜਾਂਚ ਕੀਤੀ ਹੈ, ਉਹਦੀ ਗੱਲਬਾਤ ਚੱਲ ਰਹੀ ਹੈ। ਇਹ ਕਿਹੜਾ ਮਸਲਾ ਜਾਂਚਦਾ ਤੇ ਕੀ ਉਹਦੇ 'ਚ ਸਾਹਮਣੇ ਆਇਆ ਜੀ? ਤੇ ਇਹ ਕਿਹਾ ਜਾਂਦਾ ਸੀਗਾ ਕਿ ਵੀ ਜਿੱਥੇ 2 ਲੱਖ ਤੋਂ ਘੱਟ ਦੀ ਆਬਾਦੀ ਆ ਉਹਦੇ ਵਾਸਤੇ ਚੰਗੀ ਆ, ਜਿੱਥੇ 2 ਲੱਖ ਤੋਂ ਆਬਾਦੀ ਫਿਰ ਵੱਧ ਜਾਂਦੀ ਆ ਉੱਥੇ ਫਿਰ ਉਹ ਆਪਣੀ ਪੁਲਿਸ ਬਣਾ ਲੈਂਦੇ ਸ਼ਹਿਰ ਵਾਲੇ। ਜਸਟਿਸ ਮਿਸ਼ੇਲ ਬਰਸ਼ਾਰਟ ਉਹਨਾਂ ਦਾ ਨਾਂ ਹੈਗਾ। ਤੇ ਉਹਨਾਂ ਨੇ ਜਿਹੜੀ ਜਾਂਚ ਕਰਕੇ ਕਿਹਾ ਕਿ RCMP ਦੇ ਵਿੱਚ ਕੰਮ ਕਰਨ ਦਾ ਮਾਹੌਲ ਜਿਹੜਾ ਬਹੁਤ ਜ਼ਹਿਰੀਲਾ ਹੈ। ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ, ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ। ਜਸਕਰਨ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਅਤੇ ਨਾਲੇ ਪ੍ਰੋਗਰਾਮ ਦੇਖ ਰਹੇ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਹਮੇਸ਼ਾ ਦੀ ਤਰ੍ਹਾਂ ਮਹਿੰਦਰਾ ਜੂਲਰਸ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਸਰੀ ਦੇ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਗਹਿਣਿਆਂ ਦੀ ਮਸ਼ਹੂਰ ਦੁਕਾਨ ਮਹਿੰਦਰਾ ਜੂਲਰਸ, ਜਿੱਥੇ ਕਿ ਗਹਿਣਿਆਂ ਦੇ ਨਵੇਂ ਤੋਂ ਨਵੇਂ ਡਿਜ਼ਾਈਨ ਅਤੇ ਖਰਾ ਸੋਨਾ ਮਿਲਦਾ ਹੈ ਜੀ। ਇਸ ਵੇਲੇ ਇਹਨਾਂ ਨੇ ਇੱਕ ਵਿਸ਼ੇਸ਼ ਆਫਰ ਲਿਆਂਦੀ ਹੈ ਕਿ 11 ਮਹੀਨੇ ਕੋਈ ਵੀ ਵਾਜਬੀ ਰਕਮ ਤੁਸੀਂ ਇਹਨਾਂ ਦੇ ਕੋਲ ਜਮ੍ਹਾਂ ਕਰਾਓ ਅਤੇ ਇਹ 19 ਜਿਹੜੀ ਰਕਮ ਆ ਉਹ 12ਵੇਂ ਮਹੀਨੇ ਖੁਦ ਕੋਲੋਂ ਜਮ੍ਹਾਂ ਕਰਾ ਕੇ ਤੁਹਾਨੂੰ ਕੋਈ ਸੋਨੇ ਦਾ ਗਹਿਣਾ ਜਿਹੜਾ ਉਹ ਲੈ ਕੇ ਦੇਣਗੇ ਜੀ। ਇਹਨਾਂ ਦਾ ਸ਼ੋਅਰੂਮ ਦੇਖਣ ਲਈ ਪਹੁੰਚੋ ਜੀ। ਯੂਨਿਟ 332 8128 128 ਸਟਰੀਟ ਸਰੀ। ਅਤੇ ਜੇ WhatsApp 'ਤੇ ਵੀਡੀਓ ਕਾਲ ਕਰਕੇ ਔਨਲਾਈਨ ਗਹਿਣੇ ਦੇਖਣੇ ਅਤੇ ਖਰੀਦਣੇ ਹੋਣ ਤਾਂ ਮਹਿੰਦਰਾ ਜੂਲਰਸ ਦਾ ਨੰਬਰ ਸੇਵ ਕਰ ਲਓ 604 916 10 10। ਸਾਡੇ ਦੂਜੇ ਸਪਾਂਸਰ ਨੇ ਫਾਈਬਰਟੈਕ, ਪਲੰਬਿੰਗ ਦੀ ਦੁਨੀਆ 'ਚ ਵੱਡਾ ਨਾਂ। ਸਰੀ, ਵੈਨਕੂਵਰ, ਕੋਕਿਟਲਮ 3 ਥਾਵਾਂ ਤੋਂ ਸੇਵਾਵਾਂ ਦੇ ਰਹੇ ਆ। ਪੂਰੇ BC ਵਿੱਚ ਸਮਾਨ ਡਿਲੀਵਰ ਕਰਦੇ ਆ। ਨਵਾਂ ਘਰ ਬਣਾ ਰਹੇ ਹੋ, ਟਾਊਨ ਹਾਊਸ ਜਾਂ ਕੋਂਡੋ ਪ੍ਰੋਜੈਕਟ ਸ਼ੁਰੂ ਕੀਤਾ, ਜਾਂ ਵੈਸੇ ਰੈਨੋਵੇਸ਼ਨ ਲਈ ਪਲੰਬਿੰਗ ਦਾ ਸਮਾਨ ਚਾਹੀਦਾ ਤਾਂ ਟੂਟੀਆਂ, ਟੱਬ, ਟੋਇਲਟਸ ਵਗੈਰਾ ਲੈਣ ਲਈ ਫਾਈਬਰਟੈਕ ਪਧਾਰੋ, ਜਿੱਥੇ ਕਿ ਨਵੇਂ ਤੋਂ ਨਵੇਂ ਡਿਜ਼ਾਈਨ ਅਤੇ ਆਲਾ ਬ੍ਰਾਂਡਸ ਮਿਲਦੇ ਆ। ਇਹ ਜਿਹੜੇ ਆਪਣੇ ਟੱਬ ਆ ਖੁਦ ਦੀ ਫੈਕਟਰੀ 'ਚ ਤਿਆਰ ਕਰਦੇ ਆ। 8247 130 ਸਟਰੀਟ ਸਰੀ ਇਹਦਾ ਐਡਰੈਸ ਆ ਅਤੇ ਫੋਨ ਹੈਗਾ ਆ 604 507 2199। ਗੁਰਪ੍ਰੀਤ ਜੀ, ਆਪਾਂ ਕੱਲ੍ਹ ਗੱਲ ਕਰਦੇ ਸੀ ਵੀ ਕਰੋਨਾ ਵਾਇਰਸ ਦੇ ਕੇਸਿਸ ਜਿਸ ਤਰੀਕੇ ਨਾਲ ਵੱਧ ਰਹੇ ਆ, ਤੁਸੀਂ ਕੱਲ੍ਹ ਜ਼ਿਕਰ ਵੀ ਕੀਤਾ ਸੀ ਵੀ ਸਖਤੀ ਹੋ ਸਕਦੀ ਹੈ, ਜਾਂ ਅੱਜ ਕੋਈ ਅਨਾਊਂਸਮੈਂਟ ਤੁਸੀਂ ਕਿਹਾ ਸੀ ਵੀ ਅੱਜ ਦੇ ਦਿਨ ਹੋਣੀ ਆ ਅਨਾਊਂਸਮੈਂਟ, ਖਾਸ ਕਰ BC ਸਰਕਾਰ ਨੇ ਜਿਹੜੀ ਕਰਨੀ ਹੈ। ਕੀ ਉਹ ਅਨਾਊਂਸਮੈਂਟ ਹੋਈ ਹੈ ਅਤੇ ਕੀ ਹੁਣ ਸਖਤੀ ਹੋ ਰਹੀ ਜੀ? ਹੁਣ ਤੋਂ ਕੁਝ ਮਿੰਟ ਪਹਿਲਾਂ ਜੀ ਡਾਕਟਰ ਬੌਨੀ ਹੈਨਰੀ ਅਤੇ ਜਿਹੜੇ ਸਿਹਤ ਮੰਤਰੀ ਸਾਡੇ ਨੇ ਏਡਰੀਅਨ ਡਿਕਸ, ਦੋਹਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਕੁਝ ਅੰਕੜੇ ਜਾਰੀ ਕੀਤੇ ਆ। 538 ਨਵੇਂ ਕਰੋਨਾ ਕੇਸ ਜਿਹੜੇ ਆ BC ਵਿੱਚ ਲੱਭੇ ਆ ਅਤੇ 1 ਮੌਤ ਹੋਈ ਹੈ। ਸੋ ਜਿਸ ਹਿਸਾਬ ਦੇ ਨਾਲ ਪਿਛਲੇ ਹਫ਼ਤੇ ਤੋਂ ਅੰਕੜਾ ਵੱਧਦਾ ਜਾ ਰਿਹਾ ਸੀਗਾ, ਕੱਲ੍ਹ ਵੀ ਤਕਰੀਬਨ 750 ਦੇ ਕਰੀਬ ਜਿਹੜੇ ਕਰੋਨਾ ਕੇਸ ਸੀਗੇ ਅਤੇ 10 ਮੌਤਾਂ ਹੋਈਆਂ ਸੀਗੀਆਂ। ਪਰ ਅੱਜ ਹੈਰਾਨੀ ਹੋਈ ਇਸ ਗੱਲ ਦੀ ਕਿ 200 ਦੇ ਕਰੀਬ ਜਿਹੜੇ ਕੇਸ ਅੱਜ 24 ਘੰਟਿਆਂ 'ਚ ਘਟੇ ਆ ਅਤੇ ਮੌਤਾਂ ਦੀ ਗਿਣਤੀ ਵੀ ਕਾਫੀ ਥੱਲੇ ਚੱਲ ਗਈ ਆ। ਜਿਹੜੀ ਕਿ 10 ਸੀਗੀ ਕੱਲ੍ਹ, ਉਹ ਸਿਰਫ 24 ਘੰਟਿਆਂ 'ਚ ਮੌਤ ਹੋਈ ਹੈ ਜੀ। ਪਰ ਇਹਦੇ ਨਾਲ ਸਖਤੀਆਂ ਜਿਹੜੀਆਂ ਜਿਵੇਂ ਆਪਾਂ ਕੱਲ੍ਹ ਗੱਲ ਕਰਦੇ ਸੀ ਉਹ ਵਧਾ ਦਿੱਤੀਆਂ ਗਈਆਂ ਜੀ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਮਾਸਕ ਪਹਿਨਣਾ ਜਿਹੜਾ ਲਗਭਗ ਉਹ ਲਾਜ਼ਮੀ ਕਰ ਦਿੱਤਾ ਗਿਆ ਜੀ। ਅੱਛਾ। ਕਿਤੇ ਵੀ ਇਨਡੋਰ ਜਾਣਾ, ਇਨਡੋਰ ਦਾ ਮਤਲਬ ਹੈਗਾ ਜੀ ਤੁਸੀਂ ਕਿਸੇ ਗਰੋਸਰੀ ਸਟੋਰ 'ਚ ਸ਼ਾਪਿੰਗ ਕਰਨ ਜਾ ਰਹੇ ਆ, ਸ਼ਾਪਿੰਗ ਮਾਲ 'ਚ ਜਾ ਰਹੇ ਆ, ਚਾਹੇ ਤੁਸੀਂ ਗਾਹਕ ਆ, ਚਾਹੇ ਤੁਸੀਂ ਦੁਕਾਨਦਾਰ ਆ, ਚਾਹੇ ਤੁਸੀਂ ਰੈਸਟੋਰੈਂਟ 'ਚ ਖਾਣਾ ਲੈਣ ਜਾ ਰਹੇ ਆ, ਕਿਤੇ ਵੀ ਜਾਣਾ ਇਨਡੋਰ ਜਾਣੀ ਕਿ ਤੁਹਾਨੂੰ ਮਾਸਕ ਜਿਹੜਾ ਪਹਿਨਣਾ ਉਹ ਲਾਜ਼ਮੀ ਹੈਗਾ ਜੀ। ਈਵਨ ਜੇ ਤੁਸੀਂ ਆਪਣੇ ਕੰਮ ਦੇ ਉੱਤੇ ਜਾ ਰਹੇ ਆ, ਤੁਸੀਂ ਉੱਥੋਂ ਕੰਮ ਦੇ ਲੋਕਾਂ ਨੂੰ ਆਪਸ ਵਿੱਚ ਮਿਲਣਾ ਗਿਲਣਾ ਆ, ਉੱਥੇ ਗਾਹਕ ਆਉਂਦਾ ਉਹਨਾਂ ਨਾਲ ਮਿਲਣਾ ਗਿਲਣਾ ਆ, ਤੁਹਾਨੂੰ ਮਾਸਕ ਪਹਿਨਣਾ ਪੈਣਾ ਜੀ। ਜੇ ਤੁਸੀਂ ਆਪਣੇ ਡੈਸਕ 'ਤੇ ਬੈਠੇ ਆ, ਤੁਹਾਡੇ ਨਾਲ ਵਾਲਾ ਕੰਮ ਬੰਦਾ ਕਰਦਾ 6 ਫੁੱਟ ਦੂਰ ਆ, ਜਾਂ ਤੁਸੀਂ ਕਿਸੇ ਫੈਕਟਰੀ 'ਚ ਕੰਮ ਕਰ ਰਹੇ ਆ, ਉੱਥੇ ਜਿਹੜਾ ਨਾਲ ਕੰਮ ਕਰਦਾ ਬੰਦਾ ਉਹ ਦੂਰ ਆ, ਫਿਰ ਜਿਹੜਾ ਤੁਹਾਨੂੰ ਮਾਸਕ ਨਹੀਂ ਪਹਿਨਣਾ ਪੈਣਾ। ਅਦਰਵਾਈਜ਼ ਤੁਹਾਨੂੰ ਕੰਮ ਦੇ ਉੱਤੇ ਵੀ ਮਾਸਕ ਪਹਿਨਣਾ ਪੈਣਾ। ਸੋ ਇਹ ਇਨਡੋਰ ਹੈ ਜੀ। ਜਿਹੜੇ ਬੰਦੇ ਆਊਟਡੋਰ ਕੰਮ ਕਰਦੇ ਆ, ਜਿਵੇਂ ਕਿ ਘਰਾਂ ਦਾ ਕੋਈ ਕੰਮ ਆ, ਕੰਸਟਰਕਸ਼ਨ ਦਾ ਕੰਮ ਆ, ਜਾਂ ਹੋਰ ਕੋਈ ਬਾਹਰਲੇ ਕੰਮ ਜਿਹੜੇ ਸੜਕਾਂ ਵਗੈਰਾ 'ਤੇ ਹੋ ਰਹੇ ਆ, ਉਹਦੇ ਵਿੱਚ ਜ਼ਰੂਰੀ ਨਹੀਂ ਹੈਗਾ, ਪਰ ਤੁਸੀਂ ਆਪਣੀ ਸੇਫਟੀ ਲਈ ਜਿਹੜਾ ਆ ਮਾਸਕ ਪਹਿਨ ਸਕਦੇ ਆ। ਦੂਜੀ ਜਿਹੜੀ ਸਭ ਤੋਂ ਵੱਡੀ ਗੱਲ ਆ, ਸੋਸ਼ਲ ਗੈਦਰਿੰਗਸ ਜਿਹੜੀਆਂ ਆ, ਭਾਈਚਾਰਕ ਇਕੱਠ ਹੁੰਦੇ ਆ, ਉਹਨਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ ਜੀ। ਸਭ ਤੋਂ ਵੱਡੀ ਗੱਲ ਕਿ ਜਿਹੜੇ ਧਾਰਮਿਕ ਸਥਾਨ ਆ ਉਹਨਾਂ ਦੇ ਵਿੱਚ ਜਿਹੜੀ ਹੈ ਜੀ ਇਹ ਪਾਬੰਦੀ ਲਾ ਦਿੱਤੀ ਗਈ ਹੈ ਕਿ ਕੋਈ ਵੀ ਧਾਰਮਿਕ ਸਮਾਗਮ ਜਾਂ ਕੋਈ ਸੋਸ਼ਲ ਗੈਦਰਿੰਗ ਜਿਹੜੀ ਹੈ ਨਹੀਂ ਹੋ ਸਕਦੀ। ਸਿਰਫ ਅਤੇ ਸਿਰਫ ਵਿਆਹ ਅਤੇ ਸੰਸਕਾਰ ਜਿਹੜਾ ਦਾ ਭੋਗ ਆ ਉਹ ਫਿਊਨਰਲ ਹੋਮ ਦੇ ਵਿੱਚ, ਉਹਦੇ ਵਾਸਤੇ 10 ਬੰਦੇ ਇਕੱਠੇ ਹੋ ਸਕਦੇ ਆ ਵੱਧ ਤੋਂ ਵੱਧ, ਸਣੇ ਗ੍ਰੰਥੀ ਸਾਹਿਬਾਨ, ਸਣੇ ਕੀਰਤਨੀਆਂ ਦੇ ਜੀ।
ਸੋ ਉਨੇ ਕੁ ਹੀ ਜਾਣੇ ਜਿਹੜੇ ਉੱਥੇ ਜਾ ਸਕਦੇ ਆ। ਇਹਦਾ ਮਤਲਬ ਇਹ ਕਹਿ ਲਓ ਤੁਸੀਂ ਵੀ ਜੇ 4 ਜਾਣੇ ਕਿਸੇ ਗੁਰਦੁਆਰਾ ਸਾਹਿਬ ਮੰਦਿਰ ਦੇ ਕਿਸੇ ਮਸਜਿਦ ਦੇ ਜਿਹੜੇ ਸੇਵਾਦਾਰ ਆ ਤਾਂ 6 ਜਾਣੇ ਘੱਟੋ ਘੱਟ ਜਿਹੜੇ ਵੱਧ ਤੋਂ ਵੱਧ ਜਿਹੜੇ ਉਹ ਜਾ ਸਕਦੇ ਆ ਜੀ। ਸੋ ਇਹ ਇੱਕ ਵੱਡੀ ਗੱਲ ਆ। ਇਹਦਾ ਮਤਲਬ ਇਹ ਨਿਕਲਦਾ ਕਿ ਜਿਹੜੀ ਆਮ ਸੰਗਤ ਹੁਣ ਮੱਥਾ ਟੇਕਣ ਜਾਂਦੀ ਸੀਗੀ, ਜੇ 50 ਤੱਕ ਜਾ ਸਕਦੇ ਸੀਗੇ ਕਿਸੇ ਮੰਦਿਰ ਦੇ ਵਿੱਚ, ਕਿਸੇ ਮਸਜਿਦ ਦੇ ਵਿੱਚ, ਗੁਰਦੁਆਰੇ ਦੇ ਵਿੱਚ, ਉਹ ਨਹੀਂ ਜਾ ਸਕਣਗੇ। ਹੁਣ ਘਰ ਤੋਂ ਹੀ ਜਿਹੜਾ ਆ ਉਹਨਾਂ ਨੂੰ ਔਨਲਾਈਨ ਹੀ ਜਿਹੜਾ ਸਮਾਗਮ ਦੇਖਣੇ ਪੈਣਗੇ। ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਮੰਦਿਰ ਜਿਹੜੇ ਆ ਜੀ ਜਾਂ ਮਸਜਿਦਾਂ ਉਹਨਾਂ ਨੇ ਪ੍ਰਬੰਧ ਕੀਤਾ ਹੋਇਆ ਕਿ ਉਹਨਾਂ ਨੇ ਔਨਲਾਈਨ ਜਿਹੜਾ ਦਿਖਾਉਣਾ ਸਾਰਾ ਕੁਛ ਆਪਣਾ ਰੋਜ਼ਾਨਾ ਦਾ ਸਮਾਗਮ ਆ, ਦੀਵਾਨ ਆ, ਉਹ ਸ਼ੁਰੂ ਕੀਤੇ ਹੋਏ ਆ ਜੀ। ਸੋ ਉਹ ਔਨਲਾਈਨ ਤੁਸੀਂ ਦੇਖ ਸਕਦੇ ਆ। ਪਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂ ਲੰਗਰ ਛਕਣ ਜਿਹੜਾ ਜੀ ਉਹ ਜਾਣ ਦੇ ਉੱਤੇ ਹੁਣ ਪਾਬੰਦੀ ਆ। ਸਕੂਲ ਜਿਹੜੇ ਆ ਖੁੱਲ੍ਹੇ ਰਹਿਣਗੇ ਅਤੇ ਨਾਲ ਦੀ ਨਾਲ ਜਿਹੜੀ ਇਹ ਗੱਲ ਵੀ ਕਹੀ ਗਈ ਆ ਕਿ ਸਖਤੀ ਵਧਾਈ ਜਾਊਗੀ ਕਿ ਜਿਹੜੇ ਲੋਕ ਇਹਨਾਂ ਆਦੇਸ਼ਾਂ ਦੀ ਪਾਲਣਾ ਨਹੀਂ ਕਰਨਗੇ ਉਹਨਾਂ ਨੂੰ ਜੁਰਮਾਨੇ ਕੀਤੇ ਜਾਣਗੇ। ਉਹ ਜੁਰਮਾਨੇ ਕਿੰਨੇ ਹੋਣਗੇ, ਉਹ ਜੁਰਮਾਨੇ ਕਰੂਗਾ ਕੌਣ, ਉਹਦੇ ਬਾਰੇ ਹਜੇ ਡੀਟੇਲ ਜਿਹੜੀਆਂ ਨਹੀਂ ਦੱਸੀਆਂ ਗਈਆਂ ਜੀ। ਇੱਕ ਜਿਹੜੀ ਸਭ ਤੋਂ ਵੱਡੀ ਹੋਰ ਬੇਨਤੀ ਕੀਤੀ ਗਈ ਆ, ਇਹ ਆਦੇਸ਼ ਨਹੀਂ ਹੈਗਾ, ਇਹ ਅਪੀਲ ਆ। ਅੱਛਾ ਜੀ। ਬਈ BC ਦਾ ਕੋਈ ਵੀ ਨਿਵਾਸੀ ਜਿਹੜਾ ਆ ਜੇ ਉਹਨੂੰ ਕੋਈ ਜ਼ਰੂਰੀ ਕੰਮ ਨਹੀਂ ਹੈਗਾ ਤਾਂ ਉਹ ਕਿਤੇ ਵੀ ਟਰੈਵਲ ਨਾ ਕਰੇ। ਮਤਲਬ ਜੇ ਤੁਹਾਡਾ ਜੀਅ ਕਰਦਾ ਆ ਕਿ ਅੱਜ ਵਿਹਲੇ ਆ, ਘਰੋਂ ਛੁੱਟੀ ਆ, ਚਲੋ ਐਵਸਪੋਰਟ ਜਾ ਆਉਂਦੇ ਆ, ਕਿਸੇ ਰਿਸ਼ਤੇਦਾਰ ਨੂੰ ਮਿਲੇ ਆਉਂਦੇ ਸਰੀ ਤੋਂ, ਉਹ ਵੀ ਨਾ ਜਾਓ। ਜੇ ਕਿਸੇ ਨੇ ਮੰਨ ਲਓ ਕਲੋਨੇ ਤੋਂ, ਕੈਮਲੂਸ ਤੋਂ, ਪ੍ਰਿੰਸ ਜੋਰਜ ਤੋਂ ਇੱਥੇ ਆਉਣਾ ਜਾਂ ਮੈਟਰੋ ਵੈਨਕੂਵਰ ਤੋਂ ਕਿਸੇ ਨੇ ਬਾਹਰ ਨਿਕਲਣਾ, ਉਹ ਕਹਿੰਦੇ ਨਾ ਜਾਓ। ਜੇ ਕੋਈ ਜ਼ਰੂਰੀ ਕੰਮ ਨਹੀਂ ਹੈਗਾ ਤਾਂ ਆਪਣੇ ਘਰ ਟਿਕ ਕੇ ਬੈਠੋ। ਜਿਹੜੇ ਬਾਹਰਲੇ ਸੂਬਿਆਂ ਦੇ ਲੋਕ ਨੇ, ਕਿਉਂਕਿ ਹੁਣ ਅਮਰੀਕਾ ਸਰਹੱਦ ਤਾਂ ਬੰਦ ਹੈਗੀ ਆ, ਉਦੋਂ ਤਾਂ ਲੋਕੀ ਆ ਹੀ ਨਹੀਂ ਸਕਦੇ ਹੈਗੇ। ਸਿਰਫ ਜਿਹੜੇ ਅਸੈਂਸ਼ੀਅਲ ਵਰਕਰ ਟਰੱਕ ਚਲਾਉਂਦੇ ਆ ਜਾਂ ਹੋਰ ਉਹੀ ਆ ਜਾ ਸਕਦੇ ਆ। ਪਰ ਜਿਹੜੇ ਬਾਹਰਲੇ ਸੂਬਿਆਂ ਤੋਂ ਲੋਕ ਆ ਉਹ ਇੱਕ ਦੂਜੇ ਨਾਲ ਸਫ਼ਰ ਕਰਦੇ, ਜਹਾਜ਼ ਵੀ ਚੱਲਦੇ ਸੀਗੇ, ਉਹਨਾਂ ਨੂੰ ਵੀ ਇਹੀ ਅਪੀਲ ਕੀਤੀ ਗਈ ਆ ਕਿ ਬਾਹਰਲੇ ਸੂਬਿਆਂ ਦੇ ਲੋਕ ਵੀ BC ਦੇ ਵਿੱਚ ਨਾ ਆਉਣ ਜੀ। ਸੋ ਇਹ ਜਿਹੜੀਆਂ ਪਾਬੰਦੀਆਂ ਆ, ਜਿਹੜੇ ਆਦੇਸ਼ ਨੇ, ਇਹ ਅਪੀਲਾਂ ਆ, ਇਹ 2 ਹਫ਼ਤਿਆਂ ਲਈ ਆ। ਅੱਜ ਰਾਤ ਤੋਂ ਇਹ ਲਾਗੂ ਹੋ ਜਾਣੀਆਂ ਆ ਅਤੇ 7 ਦਸੰਬਰ ਤੱਕ ਜਿਹੜੀਆਂ ਇਹ ਚੱਲਣੀਆਂ ਆ। ਉਸ ਤੋਂ ਬਾਅਦ ਦੇ ਵਿੱਚ ਕੇਸਿਸ ਦੇਖ ਕੇ ਇਹਨਾਂ ਨੂੰ ਢਿੱਲ ਦੇਣੀ ਆ, ਜਿਹਨਾਂ ਨੂੰ ਹੋਰ ਕੱਸਣਾ ਆ, ਉਹ ਦੇਖਿਆ ਜਾਊਗਾ ਜੀ। ਅੱਜ ਚਲੋ ਬਹੁਤ ਚੰਗੀ ਔਰ ਸੁੱਖ ਦੀ ਮਾੜੀ ਜਿਹੀ ਖਬਰ ਆ ਵੀ 200 ਕੇਸ BC ਦੇ ਵਿੱਚ ਘਟ ਗਿਆ। ਹਾਂਜੀ। ਪਰ ਕਈ ਲੋਕ ਡਰਾ ਰਹੇ ਆ ਵੀ ਜਿਹੜਾ ਦੀਵਾਲੀ ਦੇ ਉੱਤੇ ਜਿੰਨਾ ਇਕੱਠ ਹੋਇਆ ਸੀ ਜਾਂ ਸਵੀਟ ਸ਼ਾਪਸ ਦੇ ਉੱਤੇ, ਹੋਰ ਥਾਵਾਂ ਦੇ ਉੱਤੇ, ਇਹ ਕੇਸ ਅਜੇ ਆਉਣੇ ਆ, ਇਹ ਨੰਬਰ ਜ਼ਿਆਦਾ ਵਧਣੇ ਆ। ਇਹ ਇੱਕ ਅੰਦਾਜ਼ਾ ਆ ਜੀ ਮੋਟਾ ਮੋਟਾ। ਇਹਦੇ ਵਿੱਚ ਕਈ ਗੱਲਾਂ ਹੈਗੀਆਂ ਆ ਵੀ ਖਦਸ਼ਾ ਪ੍ਰਗਟਾਇਆ ਗਿਆ ਹੈ, ਆਉਂਦੇ ਆ ਜਾਂ ਨਹੀਂ ਆਉਂਦੇ, ਇਹ ਵੀ ਦੇਖਣ ਵਾਲੀ ਗੱਲ ਹੋਣੀ ਆ। ਵੈਸੇ ਕੱਲ੍ਹ ਪ੍ਰੀਮੀਅਰ ਹੌਰੀਗਨ ਜਿਹੜੇ ਆ ਉਹਨਾਂ ਨੇ ਮੁਬਾਰਕਬਾਦ ਦਿੱਤੀ ਆ, ਹੌਸਲਾ ਅਫਜ਼ਾਈ ਕੀਤੀ ਆ ਸਾਰੇ ਧਾਰਮਿਕ ਸਥਾਨਾਂ ਦੀ, ਜਿਨ੍ਹਾਂ ਲੋਕਾਂ ਨੇ ਦੀਵਾਲੀ ਮਨਾਈ ਆ ਉਹਨਾਂ ਦੀ, ਵੀ ਤੁਸੀਂ ਬਹੁਤ ਜ਼ਾਬਤਾ ਰੱਖਿਆ, ਸਾਡੀਆਂ ਅਪੀਲਾਂ ਨੂੰ ਸਿਰ ਮੱਥੇ ਕਬੂਲਿਆ, ਉਹਦੇ ਵਾਸਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਲਗਭਗ ਇਹੋ ਜਿਹੇ ਮਨ ਬਣਾ ਲਓ ਵੀ ਗਾਂਹ ਗੁਰਪੁਰਬ ਆਉਣੇ ਆ, ਸ਼ਨੂਕਾ ਆਉਣੇ ਆ, ਤਿਉਹਾਰ ਅਤੇ ਕ੍ਰਿਸਮਸ ਆਉਣੀ ਆ, ਵੀ ਆਪਾਂ ਇੱਦਾਂ ਹੀ ਜ਼ਾਬਤੇ ਦੇ ਵਿੱਚ ਰਹਿ ਕੇ ਸਾਰੇ ਤਿਉਹਾਰ ਮਨਾਉਣੇ ਆ। ਇਹ ਇਸ਼ਾਰਾ ਉਹਨਾਂ ਨੇ ਪਹਿਲਾਂ ਹੀ ਕਰ ਦਿੱਤਾ ਜੀ। ਸੋ ਜਿੱਦਾਂ ਵੀ ਪਿਛਲੇ ਦੀ ਵਧਾਈ ਦੇ ਦਿੱਤੀ, ਸ਼ਾਬਾਸ਼ ਦੇ ਦਿੱਤੀ, ਅਗਾਂਹ ਪਹਿਲਾਂ ਦੱਸ ਦਿੱਤਾ ਵੀ ਆਪਾਂ ਅਗਾਂਹ ਵੀ ਜਿਹੜਾ ਇੱਦਾਂ ਹੀ ਕਰਨਾ। ਬਾਕੀ ਜਿਹੜੀ ਤੁਸੀਂ ਗੱਲ ਕਹਿ ਰਹੇ ਆ, ਬਿਲਕੁਲ ਇਹ ਅਗਲੇ 10 ਕੁ ਦਿਨਾਂ ਦੇ ਵਿੱਚ ਪਤਾ ਲੱਗ ਜਾਣਾ ਜੀ ਕਿ ਕੇਸ ਕਿੰਨੇ ਕੁ ਵੱਧਦੇ ਆ। ਜਿਹੜੇ ਹੁਣ ਤੱਕ ਦੇ ਅੰਕੜੇ ਜਿਹੜੇ ਦਿਸ ਰਹੇ ਆ, ਉਹਦੇ ਵਿੱਚ ਇਹ ਗੱਲ ਜ਼ਾਹਰ ਤੌਰ 'ਤੇ ਬਾਹਰ ਆ ਕਿ ਫਰੇਜ਼ਰ ਹੈਲਥ ਰੀਜਨ ਆ, ਉਹਦੇ ਵਿੱਚ ਕੇਸ ਜਿਹੜੇ ਆ ਬਾਕੀ ਰੀਜਨਸ ਦੇ ਨਾਲੋਂ ਜ਼ਿਆਦੇ ਆ। ਅਤੇ ਉਹਦਾ ਇੱਕ ਵੱਡਾ ਕਾਰਨ ਜਿਹੜਾ ਇਹ ਹੈ ਜੀ ਕਿ ਯੂਥ ਜਿਹੜਾ ਹੈ ਜੀ ਉਹਨੂੰ ਜ਼ਿਆਦਾ ਕਰੋਨਾ ਹੋ ਰਿਹਾ ਦੱਸਿਆ ਜਾ ਰਿਹਾ। ਹੁਣ ਇੱਕ ਇਹ ਆਪਣੇ ਆਪ ਦੇ ਵਿੱਚ ਬੜੀ ਦੁਵਿਧਾ ਵਾਲੀ ਗੱਲ ਹੈਗੀ ਆ ਵੀ ਬੰਦ ਧਾਰਮਿਕ ਸਥਾਨ ਕੀਤੇ ਗਏ ਆ। ਧਾਰਮਿਕ ਸਥਾਨਾਂ ਦੇ ਬਾਰੇ ਹਜੇ ਤੱਕ ਕੋਈ ਵੀ ਅੰਕੜੇ ਨਹੀਂ ਆਏ ਵੀ ਉੱਥੋਂ ਕਰੋਨਾ ਵਧਿਆ ਹੋਵੇ। ਅਤੇ ਕਈ ਲੋਕ ਇਸ ਗੱਲ ਕਰਕੇ ਆ ਵੀ ਸਰਕਾਰ ਜਿਹੜੀ ਆ ਉਹ ਦੁੱਖ ਦੀ ਲੱਤ ਆ ਅਤੇ ਇਲਾਜ ਬਾਂਹ ਦਾ ਕਰੀ ਜਾਂਦੀ ਆ। ਵੀ ਸਕੂਲ ਜਿਹੜੇ ਆ ਖੁੱਲ੍ਹੇ ਆ, ਉਹਨਾਂ ਦੇ ਵਿੱਚ ਰੋਜ਼ ਹੀ ਲਗਭਗ ਐਕਸਪੋਜ਼ਰ ਹੋ ਰਿਹਾ ਆ, ਉਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਧਾਰਮਿਕ ਸਥਾਨਾਂ ਸੰਬੰਧੀ ਹਜੇ ਤੱਕ ਕੋਈ ਵੀ ਅੰਕੜਾ ਨਹੀਂ ਆਇਆ ਜਿੱਥੇ ਇਹ ਕਿਹਾ ਜਾਵੇ ਕਿ ਇਹਨਾਂ ਕਰਕੇ ਕੇਸ ਵਧੇ ਆ, ਅਤੇ ਉਹਨਾਂ ਦੇ ਉੱਤੇ ਪਾਬੰਦੀਆਂ ਜਿਹੜੀਆਂ ਜ਼ਿਆਦਾ ਲਾਈਆਂ ਜਾ ਰਹੀਆਂ ਆ। ਅਤੇ ਜਿਵੇਂ ਮੈਂ ਕਿਹਾ ਕਿ ਹਟਿਆ ਕਿ ਚੱਕ ਫਰੇਜ਼ਰ ਹੈਲਥ ਦੇ ਵਿੱਚ ਰੀਜਨ ਦੇ ਵਿੱਚ ਕੇਸ ਵੱਧ ਆ, ਪਰ ਉਹ ਯੰਗਸਟਰ ਨੂੰ ਜ਼ਿਆਦਾ ਹੋਣ ਕਰਕੇ ਇੱਥੇ ਮੌਤਾਂ ਦੀ ਗਿਣਤੀ ਜਿਹੜੀ ਆ ਬਾਕੀ ਰੀਜਨ ਨਾਲੋਂ ਬਹੁਤ ਘੱਟ ਹੈ ਜੀ। ਉੱਥੇ ਜਿਵੇਂ ਹੁਣ ਨਾਰਥ ਵੈਨਕੂਵਰ ਆ, ਵੈਸਟ ਵੈਨਕੂਵਰ ਆ, ਉੱਥੇ ਜ਼ਿਆਦਾ ਸੀਨੀਅਰ ਕੇਅਰ ਸੈਂਟਰ ਜਿਹੜੇ ਉੱਥੇ ਜ਼ਿਆਦਾ ਮੌਤਾਂ ਹੋਈਆਂ, ਕਿਉਂਕਿ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਪਕੜ ਜਿਹੜੀ ਆ ਜ਼ਿਆਦਾ ਹੁੰਦੀ ਆ। ਬਾਕੀ ਆਪਣੀ ਤਾਂ ਇਹੀ ਅਰਦਾਸ ਆ ਕਿ ਜਿਵੇਂ ਅੱਜ ਕੇਸ ਘਟੇ ਆ, ਇੱਦਾਂ ਘੱਟ ਜਾਣ। ਜਿਹੜੇ ਖਦਸ਼ੇ ਸੀਗੇ ਕਿ ਦੀਵਾਲੀ ਕਰਕੇ ਜਾਂ ਧਾਰਮਿਕ ਸਥਾਨਾਂ 'ਚ ਜਾਣ ਕਰਕੇ ਕੇਸ ਜਿਹੜੇ ਆ ਉਹ ਵਧਣੇ ਸੀਗੇ, ਉਹ ਖਦਸ਼ੇ ਜਿਹੜੇ ਆ ਝੂਠੇ ਸਾਬਤ ਹੋ ਜਾਣ। ਜੀ ਬਿਲਕੁਲ ਜੀ। ਇੱਕ RCMP ਦੇ ਵਿੱਚ ਕੋਈ ਜਾਂ RCMP ਨੇ ਕੋਈ ਜਾਂਚ ਕੀਤੀ ਹੈ, ਉਹਦੀ ਗੱਲਬਾਤ ਚੱਲ ਰਹੀ ਹੈ, ਇਹ ਕਿਹੜਾ ਮਸਲਾ ਜਾਂਚ ਦਾ ਅਤੇ ਕੀ ਉਹਦੇ 'ਚ ਸਾਹਮਣੇ ਆਇਆ ਜੀ? RCMP ਜਿਹੜੀ ਹੈ ਜੀ ਕੈਨੇਡਾ ਦੀ ਨੈਸ਼ਨਲ ਪੁਲਿਸ ਫੋਰਸ ਹੈਗੀ ਹੈ ਜੀ। ਸੋ ਜਿਨ੍ਹਾਂ ਲੋਕਾਂ ਨੂੰ ਦੂਰ ਬੈਠੇ ਆ ਜੇ ਸਮਝਾਉਣਾ ਹੋਵੇ ਪੰਜਾਬੀਆਂ ਨੂੰ,
ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਕੇਂਦਰੀ ਫੋਰਸ ਹੈਗੀ ਆ, ਜਿਵੇਂ ਆਪਣੀ CRP ਹੁੰਦੀ ਆ। ਤੇ ਜਿਹੜੇ ਬਾਕੀ ਹਰੇਕ ਸ਼ਹਿਰ ਦੀ ਆਪੋ ਆਪਣੀ ਪੁਲਿਸ ਹੁੰਦੀ ਆ। ਇੱਥੇ ਸੂਬੇ ਦੀ ਪੁਲਿਸ ਬਹੁਤ ਘੱਟ ਸੂਬਿਆਂ ਦੇ ਵਿੱਚ ਆ। ਤੇ RCMP ਜਿਹੜੀ ਉਹਨੂੰ ਠੇਕਾ ਦਿੱਤਾ ਜਾਂਦਾ ਵੀ ਤੁਸੀਂ 5 ਸਾਲ ਦੇ ਵਾਸਤੇ ਫਲਾਣੇ ਸ਼ਹਿਰ ਦੀ ਜਿਹੜੀ ਆ ਜੀ ਉਹ ਰਾਖੀ ਕਰਨੀ ਆ। ਉਹ ਇਹ ਫੋਰਸ ਜਿਹੜੀ ਆ ਰੀਜਨਲ ਫੋਰਸ ਬਣਾਈ, ਜਿਹਦਾ ਰੂਰਲ ਫੋਰਸ ਬਣਾਈ ਗਈ ਸੀਗੀ। ਤੇ ਇਹ ਕਿਹਾ ਜਾਂਦਾ ਸੀਗਾ ਕਿ ਵੀ ਜਿੱਥੇ 2 ਲੱਖ ਤੋਂ ਘੱਟ ਦੀ ਆਬਾਦੀ ਆ ਉਹਦੇ ਵਾਸਤੇ ਚੰਗੀ ਆ, ਜਿੱਥੇ 2 ਲੱਖ ਤੋਂ ਆਬਾਦੀ ਫਿਰ ਵੱਧ ਜਾਂਦੀ ਆ ਉੱਥੇ ਫਿਰ ਉਹ ਆਪਣੀ ਪੁਲਿਸ ਬਣਾ ਲੈਂਦੇ ਸ਼ਹਿਰ ਵਾਲੇ। ਅਮਰੀਕਾ ਦੇ ਵਿੱਚ ਵੀ ਇੱਦਾਂ ਦਾ ਚੱਲਣਾ ਹੈਗਾ, ਕੈਨੇਡਾ ਦੇ ਵਿੱਚ ਵੀ ਹੈਗਾ। RCMP ਜਿਹੜੀ ਹੈ ਇੱਕ ਨੈਸ਼ਨਲ ਫੋਰਸ ਹੋਣ ਦੇ ਨਾਤੇ ਇਹਦੇ ਵਿੱਚ ਬੀਤੇ ਤੋਂ ਬਹੁਤ ਸ਼ਿਕਾਇਤਾਂ ਆ ਰਹੀਆਂ ਸੀ, ਜਿਹੜੀਆਂ ਕਿ ਔਰਤਾਂ RCMP 'ਚ ਕੰਮ ਕਰਦੀਆਂ ਰਹੀਆਂ ਜਾਂ ਕਰ ਰਹੀਆਂ। ਅੱਛਾ ਜੀ। ਉਹਨਾਂ ਦੇ ਨਾਲ ਸਰੀਰਕ ਛੇੜਛਾੜ ਹੁੰਦੀ ਰਹੀ ਆ, ਉਹਨਾਂ ਦਾ ਮਾਨਸਿਕ ਸ਼ੋਸ਼ਣ ਹੁੰਦਾ ਰਿਹਾ, ਤਰੱਕੀਆਂ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਜਿਹੜਾ ਹੈ ਜੀ ਨੀਵਾਂ ਦਿਖਾਇਆ ਜਾਂਦਾ ਰਿਹਾ। ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆ ਉਹਨਾਂ ਦੇ ਉੱਤੇ ਦੋਸ਼ ਲੱਗਦੇ ਰਹੇ ਆ। ਇਹ ਕੋਈ ਇਕੱਲੀ ਕਹਿ ਰਹੀ ਜਾਂ ਦਰਜਨ ਜਾਂ 2 ਦਰਜਨ ਔਰਤਾਂ ਦੀ ਗੱਲ ਨਹੀਂ ਮੈਂ ਕਰ ਰਿਹਾ। 2304 ਔਰਤਾਂ ਨੇ ਇੱਕ ਸਾਂਝੀ ਜਿਹੜੀ RCMP ਵਿੱਚ ਕੰਮ ਕਰਦੀਆਂ ਨੇ, ਜਿਹੜੀਆਂ ਉਹਨਾਂ ਦੀਆਂ ਕਰਮਚਾਰੀ ਰਹੀਆਂ ਆ, ਉਹਨਾਂ ਨੇ ਸਾਂਝੀ ਇੱਕ ਰਿਟ ਫਾਈਲ ਕੀਤੀ ਸੀਗੀ ਜੀ। ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਜਾਂਚ ਜਿਹੜੀ ਆ ਉਹ ਇੱਕ ਸਾਬਕਾ ਜਸਟਿਸ ਨੂੰ ਜਿੰਮਾ ਸੌਂਪਿਆ ਗਿਆ ਸੀਗਾ, ਜਸਟਿਸ ਮਿਸ਼ੈਲ ਬਰਸ਼ਾਰਟ ਉਹਨਾਂ ਦਾ ਨਾਂ ਹੈਗਾ। ਤੇ ਉਹਨਾਂ ਨੇ ਜਿਹੜੀ ਜਾਂਚ ਕਰਕੇ ਕਿਹਾ ਕਿ RCMP ਦੇ ਵਿੱਚ ਕੰਮ ਕਰਨ ਦਾ ਮਾਹੌਲ ਜਿਹੜਾ ਬਹੁਤ ਜ਼ਹਿਰੀਲਾ ਹੈ ਜੀ, ਬਹੁਤ ਟੌਕਸਿਕ ਮਾਹੌਲ ਆ। ਤੇ ਇੱਥੇ ਉਹ ਕਹਿੰਦੇ ਮੈਂ 52 ਜਿਹੜੇ ਆ ਦੋਸ਼ ਲੱਭੇ ਇਹਦੇ ਵਿੱਚ, ਜਿਨ੍ਹਾਂ ਦੇ ਵਿੱਚ ਹਰੈਸਮੈਂਟ, ਜਾਣੀ ਕਿ ਇਸ ਤੋਂ ਇਲਾਵਾ ਸ਼ੋਸ਼ਣ ਜਿਹੜਾ ਹੈਗਾ ਜੀ, ਤੇ ਜੈਂਡਰ ਬੇਸ ਦੇ ਉੱਤੇ ਨਸਲਵਾਦ, ਤੇ ਇਹਦੇ ਨਾਲ ਦੀ ਨਾਲ ਵੀ ਤਰੱਕੀਆਂ ਦੇਣ ਦੇ ਮਾਮਲੇ ਵਿੱਚ, ਮਾਨਸਿਕ ਸਿਹਤ ਦੇ ਮਾਮਲੇ ਵਿੱਚ 52 ਲੱਭਤਾਂ ਆ ਉਹ ਕਹਿੰਦੇ, ਜਿਨ੍ਹਾਂ ਦੇ ਉੱਤੇ ਕੰਮ ਕਰਨ ਦੀ ਲੋੜ ਹੈਗੀ ਆ। ਤੇ ਮੈਨੂੰ ਇਸ ਗੱਲ ਦਾ ਕਹਿੰਦੀ ਪੱਕਾ ਯਕੀਨ ਹੈਗਾ ਕਿ RCMP ਅੰਦਰੋਂ ਨਹੀਂ ਸਹੀ ਹੋ ਸਕਦੀ, ਵੀ ਇਹਨੂੰ ਸਹੀ ਬਾਹਰੋਂ ਕਰਨਾ ਪੈਣਾ। ਸੋ ਮਤਲਬ ਕਹਿਣ ਦਾ ਕੀ ਆ ਵੀ ਜੇ RCMP ਦੇ ਅਧਿਕਾਰੀ ਵੱਡੇ ਕਹਿਣ ਠੀਕ ਹੈ ਜੀ ਸਾਨੂੰ ਆਪਣੀਆਂ ਗਲਤੀਆਂ ਦਾ ਪਤਾ ਲੱਗ ਗਿਆ, ਅਸੀਂ ਹੁਣ ਗਾਂਹ ਸੁਧਾਰ ਕਰਦੇ ਹਾਂ, ਉਹ ਕਹਿੰਦੇ ਇਹ ਕੰਮ ਨਹੀਂ ਹੋਣਾ। ਇਹਦਾ ਬਾਹਰੋਂ ਕੋਈ ਉੱਪਰ ਜਿਹਦਾ ਵੀ ਨਜ਼ਰ ਬਿਠਾਉਣੀ ਪੈਣੀ ਆ ਉਹਦੇ ਉੱਤੇ, ਜਾਂ ਬਾਹਰੋਂ ਕੋਈ ਸੁਧਾਰ ਕਰਨਾ ਪੈਣਾ, ਕੋਈ ਬਾਹਰਲੀ ਬੋਡੀ ਜਿਹੜੀ ਉਹਨਾਂ ਨੂੰ ਰੈਗੂਲੇਟ ਕਰੇ ਵੀ ਜਿੱਥੇ ਉਹ ਗਲਤ ਹੈ ਉਹਨੂੰ ਦੱਸਣ ਵੀ ਆਹ ਗਲਤ ਉਹਨੂੰ ਕਰਨਾ ਪੈਣਾ, ਆਪਣੇ ਆਪ ਨਹੀਂ ਜਿਹਨਾਂ ਨੇ ਸੁਧਰਨਾ ਹੈਗਾ। ਸੋ ਇਹ ਜਿਹੜੀਆਂ ਲੱਭਤਾਂ ਆ ਜੀ ਉਹ ਆਈਆਂ ਆ ਬਾਹਰ। ਤੇ ਹੁਣ ਉਮੀਦ ਹੈਗੀ ਆ ਕਿ RCMP ਦੇ ਉੱਤੇ ਕੇਂਦਰ ਸਰਕਾਰ ਦਾ ਜਿਹੜਾ ਫੈਡਰਲ ਸਰਕਾਰ ਦਾ ਡੰਡਾ ਜਿਹੜਾ ਜੀ ਉਹ ਕੱਸਿਆ ਜਾਊਗਾ। ਪਿਛਲੇ ਸਮੇਂ ਦੇ ਵਿੱਚ ਚਰਚਾ ਚੱਲਦੀ ਸੀ ਸਰੀ ਪੁਲਿਸ ਬਾਰੇ। ਹਾਂਜੀ। ਹੁਣ ਪਤਾ ਲੱਗ ਰਿਹਾ ਕਿ ਸਰੀ ਪੁਲਿਸ ਦਾ ਮੁਖੀ ਚੁਣ ਲਿਆ ਗਿਆ, ਜਾਂ ਕੌਣ ਆ ਜੀ? ਪੰਜਾਬੀ ਆਉਣਗੇ, ਅਨਾਊਂਸ ਹੋ ਗਿਆ, ਜਾਂ ਕਦੋਂ ਹੋਣਾ ਆ, ਜਾਂ ਕੌਣ ਹੋਊਗਾ ਸਰੀ ਪੁਲਿਸ ਜਿਹੜੀ ਬਣਨੀ ਹੈ ਉਹਦਾ ਮੁਖੀ? ਵੈਸੇ ਤਾਂ ਜਿਹੜੀ ਅਫੀਸ਼ੀਅਲ ਅਨਾਊਂਸਮੈਂਟ ਹੈ ਜੀ ਕੱਲ੍ਹ ਨੂੰ ਹੋਣੀ ਹੈ। ਅੱਛਾ ਜੀ। ਜਦੋਂ ਤੁਹਾਨੂੰ ਯਾਦ ਹੋਣਾ ਕਿ ਸਰੀ ਪੁਲਿਸ ਦੀ ਕਾਇਮੀ ਦਾ ਮੁੱਦਾ ਚੱਕਿਆ ਗਿਆ ਜੀ, ਵੇਕਅਪ ਸਰੀ ਰੈਲੀ ਤੋਂ ਬਾਅਦ, ਉਸ ਤੋਂ ਬਾਅਦ ਦੇ ਵਿੱਚ ਕੌਂਸਲ 'ਚ ਚੇਂਜ ਹੋਈ, ਨਵੀਂ ਕੌਂਸਲ ਨੇ ਆ ਕੇ ਜਿਹੜੇ ਚੋਣ ਵਾਅਦੇ ਕੀਤੇ ਸੀ ਉਹਨਾਂ 'ਚ ਇਹ ਮੁੱਖ ਚੋਣ ਮੁੱਦਾ ਉਭਾਰਿਆ ਸੀਗਾ। ਉਸ ਤੋਂ ਬਾਅਦ ਚਲੋ ਜੀ ਰੈਫਰੈਂਡਮ ਵਾਂਗੂ ਚੱਲ ਕੇ ਇਹਦਾ ਵਿਰੋਧ ਵੀ ਹੁੰਦਾ ਰਿਹਾ, ਵਿਚਲੀਆਂ ਵਿਧਾਨ ਸਭਾ ਦੇ ਵਿੱਚ ਤੱਕ ਵੀ ਵਿਰੋਧ ਹੁੰਦਾ ਰਿਹਾ। ਪਰ ਇੱਕ ਪੁਲਿਸ ਬੋਰਡ ਦਾ ਗਠਨ ਹੋ ਚੁੱਕਾ ਸੀਗਾ, ਸਿਟੀ ਵੱਲੋਂ ਮਾਨਤਾ ਦਿੱਤੀ ਜਾ ਚੁੱਕੀ ਸੀ, ਪ੍ਰੋਵਿੰਸ਼ਲ ਗੌਰਮੈਂਟ ਵੱਲੋਂ ਮਾਨਤਾ ਦਿੱਤੀ ਜਾ ਚੁੱਕੀ ਸੀਗੀ। ਉਹ ਜਿਹੜਾ ਪੁਲਿਸ ਬੋਰਡ ਹੈਗਾ ਜੀ, ਉਹਦੇ ਮੈਂਬਰਾਂ ਨੇ ਹੁਣ ਪੁਲਿਸ ਮੁਖੀ ਚੁਣਨਾ ਸੀਗਾ ਤਾਂ ਕਿ ਉਹ ਗਾਂਹ ਪੁਲਿਸ ਵਾਲਿਆਂ ਦੀ ਭਰਤੀ ਜਿਹੜੀ ਆ ਉਹ ਸ਼ੁਰੂ ਕਰ ਸਕੇ ਜੀ। ਸੋ ਇਸ ਪੁਲਿਸ ਬੋਰਡ ਦੇ ਕੋਲ ਜਿਹੜੀ ਮੇਰੀ ਜਾਣਕਾਰੀ ਦੇ ਮੁਤਾਬਕ ਦਰਜਨ ਦੇ ਕਰੀਬ ਐਪਲੀਕੇਸ਼ਨਸ ਪੂਰੇ ਕੈਨੇਡਾ ਭਰ ਦੇ ਵਿੱਚੋਂ ਆਈਆਂ ਸੀਗੀਆਂ। ਅੱਛਾ ਜੀ। ਜਿਨ੍ਹਾਂ ਦੇ ਵਿੱਚ ਅੱਡ ਅੱਡ ਰੰਗ ਕੌਮਾਂ ਦੇ ਲੋਕ ਜਿਹੜੇ ਆ ਜੀ ਉਹ ਜਿਨ੍ਹਾਂ ਦਾ ਪੁਲਿਸ ਦੇ ਵਿੱਚ ਤਜਰਬਾ ਆ, ਉਹਨਾਂ ਨੇ ਅਰਜ਼ੀਆਂ ਦਿੱਤੀਆਂ ਸੀਗੀਆਂ ਕਿ ਸਾਨੂੰ ਮੌਕਾ ਦਿੱਤਾ ਜਾਵੇ ਕਿ ਅਸੀਂ ਸਰੀ ਦਾ ਪੁਲਿਸ ਮੁਖੀ ਬਣਨਾ ਚਾਹੁੰਦੇ ਹਾਂ ਜੀ। ਉਹਦੇ ਵਿੱਚ ਕੁਝ ਪੰਜਾਬੀ ਨਾਂ ਵੀ ਸ਼ਾਮਲ ਸੀਗੇ। ਤੇ ਇਹ ਗੱਲ ਦਾ ਪਹਿਲਾਂ ਤੋਂ ਕੁਝ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀਗਾ ਕਿ ਸਰੀ ਸ਼ਹਿਰ ਦਾ ਜਿਹੜਾ ਪੁਲਿਸ ਮੁਖੀ ਆ ਉਹ ਪੰਜਾਬੀ ਨਹੀਂ ਹੋਣਾ ਚਾਹੀਦਾ। ਨਹੀਂ ਹੋਣਾ ਚਾਹੀਦਾ? ਨਹੀਂ ਹੋਣਾ ਚਾਹੀਦਾ। ਖਾਸ ਕਰਕੇ ਜਿਹੜੇ ਇੱਕ ਖਾਸ ਫਿਰਕਾ ਸੀਗਾ, ਇੱਕ ਖਾਸ ਭਾਈਚਾਰਾ ਸੀ, ਉਹ ਇਸ ਗੱਲ ਦਾ ਵਿਰੋਧ ਕਰ ਰਿਹਾ ਸੀਗਾ ਇਹ ਤਾਂ ਫਿਰ ਪੰਜਾਬ ਵਰਗਾ ਬਣਾ ਦੇਣਗੇ। ਇੱਥੋਂ ਤੱਕ ਕਿ ਪੰਜਾਬੀ ਵੀ ਕਈ ਜਿਹੜੇ ਆ ਉਹ ਵੀ ਇਹ ਗੱਲ ਸੋਚਦੇ ਸੀਗੇ ਵੀ ਕਿਤੇ ਉਹੀ ਗੱਲ ਨਾ ਹੋਵੇ ਕਿ ਪੰਜਾਬੀ ਜਿਹੜਾ ਆ ਕੋਈ ਉਹ ਬਣ ਜਾਵੇ ਚੀਫ ਤੇ ਸਾਡੇ ਵੀ ਮੁੜ ਕੇ ਕੁਛ ਨਾ ਸੂਤ ਆਵੇ ਕੰਮ, ਕਿ ਸਾਡੀ ਬਦਨਾਮੀ ਨਾ ਹੋਵੇ। ਹਾਲਾਂਕਿ ਮੇਰਾ ਨਿੱਜੀ ਤੌਰ ਦੇ ਉੱਤੇ ਇਹ ਸੋਚਣਾ ਆ ਕਿ ਇਹ ਗੱਲਾਂ ਹੁਣ ਸ਼ਾਇਦ ਇੱਕ ਆਪਣੇ ਆਪ ਦੇ ਵਿੱਚ ਇਹ ਅਹਿਸਾਸ ਇਹ ਕਮਤਰੀ ਵਾਲੀਆਂ ਆ, ਇਹ ਘਟੀਆਪਣ ਦੇ ਅਹਿਸਾਸ ਵਾਲੀਆਂ ਆ। ਜਿਸ ਸ਼ਹਿਰ ਦੀ ਆਬਾਦੀ 40% ਦੀ ਤੁਹਾਡੀ ਹੋਵੇ, ਠੀਕ, ਉਹਦੇ ਵਿੱਚ ਇਸ ਕਰਕੇ ਵੀ ਪੁਲਿਸ ਚੀਫ ਜਿਹੜਾ ਨਾ ਆਵੇ ਪੰਜਾਬੀ, ਵੀ ਦੂਜੇ ਕੀ ਕਹਿਣਗੇ, ਇਹ ਕੋਈ ਬਹੁਤੀ ਵਧੀਆ ਗੱਲ ਨਹੀਂ। ਜਿਹੜਾ ਕਾਬਲ ਆ ਉਹ ਹੋਣਾ ਚਾਹੀਦਾ, ਕੋਈ ਵੀ ਹੋਵੇ। ਪਰ ਫਿਰ ਵੀ ਇੱਕ ਬਦਨਾਮੀ ਦੇ ਡਰੋਂ, ਮਿਹਣੇ ਦੇ ਡਰ ਤੋਂ, ਜਾਂ ਉਹ ਗੱਲ ਜਿਹੜੀ ਹੈ ਜੀ ਉਹ ਕਿਤੇ ਨਾ ਕਿਤੇ ਸੀਗੀ ਗੱਲ ਵੀ ਕਿਤੇ ਉਹੀ ਗੱਲ ਨਾ ਹੋ ਜਾਵੇ। ਪਰ ਹੁਣ ਜਿਹੜੀਆਂ ਜੀ ਕਿਆਸ ਰਾਈਆਂ ਜਾਣ ਦਾ ਵੇਲਾ ਆ ਗਿਆ ਆ, ਅਤੇ ਅੰਦਰੋਂ ਜਿਹੜੀਆਂ ਖਬਰਾਂ ਮਿਲੀਆਂ ਕਿ ਨੋਰਮਨ ਲਿਪਿੰਸਕੀ
ਅੱਛਾ ਜੀ। ਜਿਹੜੇ ਕਿ RCMP ਦੇ ਵਿੱਚ ਐਡਮਿੰਟਨ ਵਿੱਚ ਸੇਵਾਵਾਂ ਨਿਭਾ ਚੁੱਕੇ ਆ। 65 ਸਾਲ ਦੀ ਉਮਰ ਹੈ ਉਹਨਾਂ ਦੀ, ਅਤੇ ਇਸ ਵਕਤ ਉਹ ਡੈਲਟਾ ਦੇ ਵਿੱਚ ਉਪ ਪੁਲਿਸ ਮੁਖੀ ਹੈ ਜੀ। ਅੱਛਾ ਜੀ। ਅਤੇ ਉਹਨਾਂ ਨੂੰ ਹੁਣ ਉਹਨਾਂ ਦਾ ਨਾਂ ਜਿਹੜਾ ਜੀ ਗੁਣਾ ਪੈ ਗਿਆ ਆ ਪੁਲਿਸ ਮੁਖੀ ਦੇ ਵਾਸਤੇ। ਪਿਛੋਕੜ ਕੀ ਹੈ ਵੈਸੇ, ਕਿੰਨਾ ਕਿਹਨਾਂ ਨੇ ਕੰਮ ਕੀਤਾ, ਕਿੱਦਾਂ ਦਾ ਇਹਨਾਂ ਦਾ ਹੈਗਾ ਰੈਕਡ? ਪਿਛੋਕੜ ਜਿਹੜਾ ਇਹ ਹੈ ਜੀ ਕਿ ਜਦੋਂ ਵੀ ਅਸੀਂ ਉਦਾਹਰਨ ਦਿੰਦੇ ਸੀਗੇ ਨਾ ਕਿਤੇ, ਜੀ ਜੀ, ਵੀ ਮੰਨ ਲਓ ਵੀ ਆਪਾਂ ਕਹਿਣਾ ਵੀ ਸਾਨੂੰ ਪੁਲਿਸ ਕਿਉਂ ਚਾਹੀਦੀ ਅੱਡ ਆਪਣੀ, ਤਾਂ ਡੈਲਟਾ ਦੀ ਉਦਾਹਰਨ ਦਿੰਦੇ ਹੁੰਦੇ ਸੀਗੇ ਬਿਲਕੁਲ। ਵੀ ਦੇਖੋ ਜੀ ਇੱਕ ਸੜਕ ਦਾ ਫਰਕ ਆ ਸਕਾਟ ਰੋਡ ਦਾ, ਉੱਧਰ ਜਾ ਕੇ ਦਿਖਾਓ ਫਿਰ ਇੱਕ ਵਾਰੀ, ਉੱਥੇ ਗੋਲੀ ਕਿਉਂ ਨਹੀਂ ਚੱਲਦੀ, ਉੱਥੇ ਸ਼ਰਾਬ ਪੀ ਕੇ ਲੋਕੀ ਜਾਣੋ ਕਿਉਂ ਡਰਦੇ ਆ, ਕਿਉਂਕਿ ਡੈਲਟਾ ਦੀ ਪੁਲਿਸ ਸਖਤ ਆ। ਅਤੇ ਹੁਣ ਇਹ ਜਦੋਂ ਬੰਦਾ ਹੀ ਉਹ ਲੈ ਆਂਦਾ ਜਿਹਨੇ ਕਿ ਡੈਲਟਾ ਪੁਲਿਸ ਦੀ ਕਪਤਾਨੀ ਕੀਤੀ ਹੋਈ ਆ, ਉਪ ਪੁਲਿਸ ਮੁਖੀ ਆ ਉੱਥੋਂ ਦੇ, ਸੋ ਇਸ ਕਰਕੇ ਸ਼ਾਇਦ ਇਹਨਾਂ ਦੇ ਵਿੱਚ ਆਪਣੇ ਆਪ ਦੇ ਵਿੱਚ ਤਜਰਬੇ ਦੀ ਇਹ ਵੱਡੀ ਗੱਲ ਆ ਕਿ ਉਹ ਡੈਲਟਾ ਪੁਲਿਸ ਦੀ ਉਪ ਮੁਖੀ ਆ। ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਐਡਮਿੰਟਨ ਦੇ ਵਿੱਚ RCMP ਦੇ ਵਿੱਚ ਵੀ ਕੰਮ ਕੀਤਾ ਇਹਨਾਂ ਨੇ। ਡੈਲਟਾ ਪੁਲਿਸ ਇੱਕ ਜਿਹੜੀ ਆ ਪਰਸਨਲ ਜਿਹੜੀ ਕਿ ਸ਼ਹਿਰ ਦੀ ਆਪਣੀ ਫੋਰਸ ਆ, ਉਹਨਾਂ ਕੋਲ ਦੋਹਾਂ ਤਰ੍ਹਾਂ ਦਾ ਤਜਰਬਾ ਹੈਗਾ। ਸੋ ਇਹ ਕਿਹਾ ਜਾ ਸਕਦਾ ਆ ਕਿ ਜਿਵੇਂ ਆਪਾਂ ਕਹਿੰਦੇ ਨੇ ਸੀ ਕਿ RCMP ਵਾਲਿਆਂ ਦੇ ਵੀ ਹਿਰਦੇ ਸ਼ਾਂਤ ਹੋ ਜਾਣਗੇ ਵੀ ਸਾਡਾ ਪੁਰਾਣਾ ਬੰਦਾ ਜਿਹੜਾ ਹੈ ਜੀ ਉਹ ਵਿੱਚ ਚਲ ਗਿਆ। ਦੂਜੇ ਪਾਸੇ ਲੋਕਲ ਪੁਲਿਸ ਫੋਰਸ ਦਾ ਤਜਰਬਾ ਹੈਗਾ, ਨੋਰਮਲ ਲਿਪਿੰਸਕੀ ਉਹਨਾਂ ਨੂੰ, ਉਹ ਵੀ ਗੱਲ ਜਿਹੜੀ ਆ ਕਿਤੇ ਨਾ ਕਿਤੇ ਜਦੋਂ ਡੈਲਟਾ ਸਾਡਾ ਗੁਆਂਢੀ ਸ਼ਹਿਰ ਆ, ਡੈਲਟਾ 'ਚ ਉਹਨਾਂ ਨੇ ਕੰਮ ਕੀਤਾ, ਉਹਨੂੰ ਸਾਰਾ ਪਤਾ ਹੈਗਾ ਵੀ ਸਰੀ ਦੇ ਵਿੱਚ ਕੀ ਚੱਲਦਾ ਕੰਮ। ਡੈਲਟਾ ਦੇ ਵਿੱਚ ਵੀ ਬਹੁਤ ਸਾਰੇ ਪੰਜਾਬੀ ਪੁਲਿਸ ਆਫੀਸਰ ਜਿਹੜੇ ਆ ਉਹਨਾਂ ਦੇ ਅਧੀਨ ਕੰਮ ਕਰਦੇ ਆ। ਸੋ ਇਸ ਹਿਸਾਬ ਦੇ ਨਾਲ ਬੇਸ਼ੱਕ ਹੋਰ ਵੀ ਬਹੁਤ ਵਧੀਆ ਚੋਣਾਂ ਹੋਣਗੀਆਂ, ਹੋਰ ਵੀ ਕੁਝ ਵਧੀਆ ਨਾਂ ਸੀਗੇ ਇਹਦੇ ਵਿੱਚ, ਪਰ ਜਿਹੜਾ ਬੋਰਡ ਆ ਉਹਨੇ ਕੁਛ ਦੇਖ ਕੇ ਜਿਹੜੀ ਇਹਦੀ ਚੋਣ ਕੀਤੀ ਆ ਨੋਰਮਲ ਲਿਪਿੰਸਕੀ ਦੀ, ਅਤੇ ਮੇਰਾ ਖਿਆਲ ਆ ਕਿ ਸਾਨੂੰ ਬੋਰਡ ਦੇ ਫੈਸਲੇ ਦਾ ਸਵਾਗਤ ਹੀ ਕਰਨਾ ਚਾਹੀਦਾ। ਅਤੇ ਜੋ ਵੀ ਹੁਣ ਹੋਊਗਾ ਨੋਰਮਲ ਲਿਪਿੰਸਕੀ ਜੇ ਉਹਨਾਂ ਦੀ ਕੱਲ੍ਹ ਨੂੰ ਵਾਕਿਆ ਹੀ ਹੋ ਜਾਂਦੀ ਹੈ ਅਨਾਊਂਸਮੈਂਟ, ਤਾਂ ਸਾਰਾ ਜਿੰਨਾ ਵੀ ਉਹਨਾਂ ਦੇ ਭਾਰ ਜਿਹੜਾ ਆ ਉਹਨਾਂ ਦੇ ਉੱਤੇ ਜਾਊਗਾ, ਫਿਰ ਉਹ ਨਵੀਂ ਭਰਤੀ ਜਿਹੜੀ ਆ ਉਹ ਚੁਣਨਗੇ ਅਤੇ ਕਰਨਗੇ। ਅਤੇ ਫਿਰ ਦੇਖਣ ਵਾਲੀ ਗੱਲ ਹੋਣੀ ਹੈ ਕਿ ਉਹਨਾਂ ਦਾ ਜਿਹੜਾ ਬੀਤੇ ਦਾ ਤਜਰਬਾ ਹੈਗਾ ਉਹ ਕਿਵੇਂ ਸ਼ਹਿਰ ਦੇ ਵਿੱਚ ਕੰਮ ਆਉਂਦਾ ਆ। ਅਸੀਂ ਤਾਂ ਉਹਨੂੰ ਸ਼ੁਭ ਇਛਾਵਾਂ ਦੇ ਸਕਦੇ ਹਾਂ ਜੀ। ਬਿਲਕੁਲ ਜੀ। ਅਤੇ ਇੱਕ ਜਿਹੜੀ ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕ ਪਤਾ ਲੱਗਿਆ ਸਰਕਾਰੀ ਮਦਦ ਧੋਖੇ ਦੇ ਨਾਲ ਲੈ ਗਏ, ਕਿਹੜਾ ਮਾਮਲਾ ਜੀ ਇਹ? ਜਿਹੜੀ ਜਦੋਂ ਕੈਨੇਡਾ ਵਿੱਚ ਕਰੋਨਾ ਆਇਆ ਜੀ, ਤਾਂ ਉਸ ਵੇਲੇ ਕੀ ਹੋਇਆ ਕਿ ਸਰਕਾਰ ਨੇ ਖੁੱਲ੍ਹ ਦੇ ਦਿੱਤੀ ਕਿ ਤੁਸੀਂ ਅਪਲਾਈ ਕਰ ਲਓ ਸਰਬ ਵਾਸਤੇ ਜੀ, ਜਿਹੜਾ ਕਿ ਇੱਕ ਐਮਰਜੈਂਸੀ ਫੰਡ ਸਰਕਾਰ ਵੱਲੋਂ ਦਿੱਤਾ ਗਿਆ ਪ੍ਰਤੀ ਮਹੀਨਾ $2000 ਜਿਹੜਾ ਸਰਕਾਰ ਨੇ ਸ਼ਰਤਾਂ ਇੰਨੀਆਂ ਢਿੱਲੀਆਂ ਕਰ ਦਿੱਤੀਆਂ ਕਿ ਇਹ ਨਾ ਹੋਵੇ ਕੋਈ ਲੋੜਵੰਦ ਰਹਿ ਨਾ ਜਾਵੇ, ਵੀ ਕਿਸੇ ਨੂੰ ਪੈਸੇ ਨਾ ਮਿਲਣ, ਕਿਸੇ ਦਾ ਕੰਮ ਨਾ ਚੱਲੇ, ਰੋਟੀ ਪਾਣੀ ਨਾ ਚੱਲੇ। ਬਹੁਤ ਚੈਕਿੰਗ ਜਿਹੜੀ ਨਹੀਂ ਕੀਤੀ ਗਈ। ਇਹ ਕਿਹਾ ਗਿਆ ਕਿ $5000 ਦਾ ਜੇ ਤੁਸੀਂ ਕੰਮ ਕੀਤਾ ਹੋਇਆ ਪਿਛਲੇ ਸਾਲ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ। ਹੁਣ ਕੀ ਹੋਇਆ ਕਿ ਇੱਕ ਜਿਹੜੀ ਕੈਨੇਡਾ ਰੈਵਨਿਊ ਏਜੰਸੀ ਹੈਗੀ ਆ, ਕੈਨੇਡਾ ਦਾ ਆਮਦਨ ਕਰ ਵਿਭਾਗ ਹੈਗਾ ਜੀ, ਉਹਦੀ ਇੱਕ ਆਪਣੀ ਜਿਹੜੀ ਲੱਭਤ ਹੈਗੀ ਆ, ਇੱਕ ਰਿਪੋਰਟ ਹੈਗੀ ਆ, ਉਹ ਹਾਊਸ ਆਫ ਕਾਮਨਸ ਵਿੱਚ ਰੱਖੀ ਗਈ ਆ। 8,23,000 ਤੋਂ ਉੱਪਰ ਲੋਕ ਨੇ ਜੀ ਜਿਨ੍ਹਾਂ ਨੇ ਪਿਛਲੇ ਸਾਲ ਦੇ ਟੈਕਸ ਦੇ ਪੇਪਰ ਵੀ ਨਹੀਂ ਸੀ ਭਰੇ ਹੋਏ, ਕਿਉਂਕਿ ਜਿੰਨਾ ਚਿਰ ਤੁਸੀਂ ਟੈਕਸ ਦੇ ਪੇਪਰ ਨਹੀਂ ਭਰਦੇ ਇਹ ਤਸਦੀਕ ਨਹੀਂ ਹੁੰਦੀ ਵੀ ਤੁਸੀਂ ਕੰਮ ਕੀਤਾ ਸੀ ਪਿਛਲੇ ਸਾਲ ਕਿ ਨਹੀਂ ਕੀਤਾ ਸੀ। ਜਦ ਤੁਸੀਂ ਕੀਤਾ ਹੋਵੇ ਤੁਹਾਨੂੰ ਪਤਾ ਹੋ ਸਕਦਾ, ਪਰ ਜਦੋਂ ਤੁਸੀਂ ਟੈਕਸ ਦੇ ਪੇਪਰ ਹੀ ਨਹੀਂ ਭਰੇ ਤਾਂ ਮਹਿਕਮੇ ਨੂੰ ਕਿਵੇਂ ਪਤਾ ਲੱਗੂਗਾ ਕਿ ਤੁਸੀਂ ਕੰਮ ਕੀਤਾ ਸੀਗਾ। ਸੋ ਜਿਨ੍ਹਾਂ ਲੋਕਾਂ ਨੇ 2019 ਦੇ ਟੈਕਸ ਦੇ ਪੇਪਰ ਹੀ ਨਹੀਂ ਭਰੇ ਉਹਨਾਂ ਨੇ ਵੀ ਅਪਲਾਈ ਕਰਤਾ। 8,23,000 ਤੋਂ ਉੱਪਰ ਲੋਕਾਂ ਨੂੰ ਜੀ ਤਕਰੀਬਨ $1.7 ਬਿਲੀਅਨ ਬੱਬੇ ਨਾਲ ਜਿਹੜਾ ਹੁੰਦਾ ਵੱਡਾ ਬੁੱਲ, ਅਤੇ ਉਹ ਜਿਹੜਾ ਜੀ ਪੈਸਾ ਵੰਡ ਦਿੱਤਾ ਗਿਆ। ਬਹੁਤ ਵੱਡੀ ਰਕਮ ਹੈ $1.7 ਬਿਲੀਅਨ ਜਿਹੜੀ ਹੈ ਜੀ। ਅਤੇ ਹੁਣ ਉਹਨੂੰ ਜਿਹੜੀ ਆ ਕੰਜ਼ਰਵੇਟਿਵ ਪਾਰਟੀ ਹੈ ਇਹ ਮੁੱਦਾ ਜਿਹੜਾ ਆ ਪਾਰਲੀਮੈਂਟ 'ਚ ਲਿਆ ਰਹੀ ਆ ਵੀ ਇਹ ਬੰਦੇ ਜਿਹੜੇ ਆ ਕਾਨੂੰਨ ਨੂੰ ਜਿਹੜਾ ਜੀ ਇਹ ਕਹਿ ਲਓ ਵੀ ਧੋਖਾ ਦੇ ਕੇ, ਸਰਕਾਰ ਨੂੰ ਧੋਖਾ ਦੇ ਕੇ ਅਤੇ ਕੈਨੇਡਾ ਸਰਕਾਰ ਨੂੰ ਹੀ ਰਗੜਾ ਲਾ ਗਏ ਆ ਜੀ, ਇਹਨਾਂ ਦਾ ਕੁਛ ਕਰੋ ਹੁਣ। ਸੋ ਇਸ ਗੱਲ ਕਰਕੇ ਹੁਣ ਇਹ ਮੰਗ ਜਿਹੜੀ ਆ ਜ਼ੋਰ ਫੜ ਰਹੀ ਆ ਕਿ ਜੇ ਇਹ ਲੋਕਾਂ ਦਾ ਆਡਿਟ ਕੀਤਾ ਜਾਵੇ ਜੀ। ਅਤੇ ਵੈਸੇ ਵੀ ਕੈਨੇਡਾ ਦੇ ਵਿੱਚ ਆਡਿਟ ਇੱਕ ਬਹੁਤ ਵੱਡਾ ਨਾਂ ਆ। ਜਦੋਂ ਚਿੱਠੀ ਆਉਂਦੀ ਜਿਹੜਾ ਖਾਕੀ ਦੇ ਉੱਪਰ ਲਿਖਿਆ ਹੁੰਦਾ ਆਡਿਟ, ਤਾਂ ਬੰਦੇ ਦੀ ਭੂਤਨੀ ਘੁੰਮ ਜਾਂਦੀ ਆ ਵੀ ਮੈਂ ਮਾਰਿਆ ਗਿਆ, ਕਿਉਂਕਿ ਅਗਲਾ ਪਿਛਲੇ 7 ਸਾਲ ਦਾ ਉਹ ਇਕੱਲਾ ਹਿਸਾਬ ਪੁੱਛਦੇ ਆ ਅਤੇ ਚਕਰਾ ਜਾਂਦਾ ਜੀ ਬੰਦਾ। ਅਤੇ ਹੁਣ ਜਿਹੜਾ ਜੀ ਆਡਿਟ ਹੋਣ ਦੀ ਪੂਰੀ ਸੰਭਾਵਨਾ ਹੈਗੀ ਇਹਨਾਂ ਦੀ, ਅਤੇ ਹੋਣਾ ਵੀ ਚਾਹੀਦਾ ਜਿਨ੍ਹਾਂ ਨੇ ਗਲਤ ਤਰੀਕੇ ਜਿਹੜੇ ਆ ਜੀ ਪੈਸੇ ਲਏ ਆ। ਇਹ ਤਾਂ ਹੈਗੀ ਇਕੱਲੀ ਸਰਬ ਦੀ ਗੱਲ ਜੀ। ਹਾਲੇ ਬਹੁਤ ਸਾਰੀਆਂ ਕੰਪਨੀਆਂ ਬਾਹਰ ਆਉਣੀਆਂ, ਜਿਹਨਾਂ ਲੋਕਾਂ ਨੇ ਕੰਪਨੀਆਂ ਸੀਗੀਆਂ ਜਿਹਨਾਂ ਦੀਆਂ ਕਈਆਂ ਦੀਆਂ ਚੱਲਦੀਆਂ ਸੀ, ਕਈਆਂ ਦੀਆਂ ਨਹੀਂ ਚੱਲਦੀਆਂ ਸੀਗੀਆਂ, ਉਹਨਾਂ ਦੇ ਵਿੱਚ ਵੀ ਲੋਕਾਂ ਨੇ 40,000 ਰੁਪਈਆ ਧੋਖੇ ਨਾਲ ਲਿਆ ਹੋਇਆ ਜੀ। ਇਹ ਗੱਲਾਂ ਹੌਲੀ ਬਾਹਰ ਆਉਣਗੀਆਂ। ਜਿਹੜਾ 40,000 ਸਰਕਾਰ ਨੇ ਲੋਨ ਦਿੱਤਾ ਸੀਗਾ ਤੁਸੀਂ ਆਪਣਾ ਕੰਮ ਚਲਾ ਲਓ, 30,000 ਸ਼ਾਇਦ ਤੁਹਾਨੂੰ ਮੋੜਨਾ ਪਊਗਾ, 10,000 ਤੁਹਾਡਾ ਮਾਫ ਹੋ ਜਾਣਾ ਆ। ਉਹਨਾਂ ਦੇ ਵੀ ਜਿਹੜੇ ਆਡਿਟ ਗਾਹਾਂ ਹੋਣੇ ਆ। ਸੋ ਜਿੱਥੇ ਇੱਕ ਆਸ ਇਹ ਹੈਗੀ ਹੈ ਕਰੋਨਾ ਦਾ ਟੀਕਾ ਆ ਗਿਆ, ਟੀਕਾ ਆਉਣ ਤੋਂ ਬਾਅਦ ਜਿਹੜਾ ਜੀ ਕੰਮ ਜਿਹੜੇ ਆ ਉਹ ਜ਼ਿਆਦਾ ਖੁੱਲ੍ਹ ਜਾਣੇ ਆ,
ਖੁੱਲ੍ਹ ਕੇ ਹੋਰ ਕੰਮ ਚੱਲ ਪੈਣੇ, ਤੇ ਨਾਲ ਮੈਨੂੰ ਇਹ ਵੀ ਲੱਗਣ ਲੱਗ ਪਿਆ ਕਿ CRA ਦੇ ਵਿੱਚ ਨੌਕਰੀਆਂ ਬਹੁਤ ਹੁਣ ਨਵੀਆਂ ਨਿਕਲਣਗੀਆਂ ਜੀ। ਕੋਈ ਇੰਨੀ ਵੱਡੀ ਗਿਣਤੀ ਦੇ ਵਿੱਚ ਜਦੋਂ ਲੋਕ ਜਿਹੜੇ ਆ ਉਹ ਆਡਿਟ ਕਰਨੇ ਆ, ਕਿ ਜਿਹੜਾ ਲੋਕਾਂ ਦਾ ਅਕਾਊਂਟਸ ਦਾ ਤਜਰਬਾ ਆ, ਅਕਾਊਂਟੈਂਟਾਂ ਦੇ ਥੱਲੇ ਕੰਮ ਕਰਦੇ ਆ, ਉਹਨਾਂ ਨੂੰ CRA ਦੇ ਵਿੱਚ ਨੌਕਰੀਆਂ ਮਿਲਣ ਦਾ ਚਾਂਸ ਵੱਧ ਜਾਣਾ ਜੀ। ਤੇ ਸੋ ਵਧੀਆ ਜੀ, ਜਿਹੜੇ ਨਵੇਂ ਪੜ੍ਹੇ ਲਿਖੇ ਨੌਜਵਾਨ ਜਿਨ੍ਹਾਂ ਨੇ ਇਹੋ ਜਿਹਾ ਤਜਰਬਾ ਹਾਸਲ ਕੀਤਾ, CA CPA ਬਣੇ ਆ, ਈਵਨ ਥੱਲੇ ਕੰਮ ਕਰਦੇ ਆ, ਉਹਨਾਂ ਨੂੰ ਹੋਰ ਨੌਕਰੀਆਂ ਹੁਣ ਨਿਕਲਣਗੀਆਂ ਜੀ। ਜੀ, ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਰੀ ਦੇ ਵਿੱਚ ਇੱਕ ਆਦੇਸ਼ ਆਇਆ ਸੀ, ਤੁਸੀਂ ਕੱਲ੍ਹ ਖਬਰ ਸਾਂਝੀ ਕੀਤੀ ਸੀ, ਉਹਦੇ ਬਾਰੇ ਹੁਣ ਕੀ ਅਪਡੇਟ ਆ ਜੀ? ਉਹ ਜਿਹੜਾ ਆਦੇਸ਼ ਸੀਗਾ ਜੀ, ਉਹ ਇਹ ਸੀਗਾ ਕਿ ਜਿਹੜੀ ਖਾਲਸਾ ਸਕੂਲ ਦੇ ਕੁਝ ਪ੍ਰਬੰਧਕਾਂ ਵੱਲੋਂ, ਰਪਦਮਨ ਸਿੰਘ ਮਲਕ ਹੋਣਾ ਵੱਲੋਂ, ਬਲਵੰਤ ਸਿੰਘ ਪੰਧੇਰ ਹੋਣਾ ਵੱਲੋਂ ਬਿਨਾਂ ਪ੍ਰਵਾਨਗੀ ਲਿਆ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਕੀਤੀ ਗਈ ਸੀਗੀ। ਉਦੋਂ ਬਾਅਦ ਅਕਾਲ ਤਖਤ ਸਾਹਿਬ ਦੇ ਉੱਤੇ ਗੱਲ ਗਈ, ਸ਼ਿਕਾਇਤ ਗਈ, ਤਾਂ ਅਕਾਲ ਤਖਤ ਸਾਹਿਬ ਨੇ ਕਹਿਤਾ ਵੀ ਜਿਹੜਾ ਸਰੂਪ ਹੈਗੇ ਆ ਗੁਰਦੁਆਰਾ ਸਾਹਿਬ, ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਸਾਰੀ ਡੈਲਟਾ 'ਚ ਪਹੁੰਚਾਏ ਜਾਣ, ਜਿਹੜਾ ਛਾਪਾਖਾਨਾ ਹੈ ਉਹ ਵੀ ਉੱਥੇ ਰਖਾਇਆ ਜਾਵੇ ਜੀ। ਸਾਰਾ ਕੁਝ ਹੋ ਗਿਆ ਸੀਗਾ। ਉਦੋਂ ਬਾਅਦ ਜਿਹੜੇ ਸਥਾਨਕ ਸਿੱਖ ਸੀਗੇ ਉਹ ਇਸ ਗੱਲ ਦੀ ਉਡੀਕ ਕਰ ਰਹੇ ਸੀਗੇ ਕਿ ਹੁਣ ਜਿਹੜਾ ਗੁਨਾਹ ਕਰਨ ਵਾਲੇ ਸੰਦ ਸੀਗੇ ਉਹ ਫੜ ਲਏ ਗਏ ਆ, ਜਿਹੜੇ ਕਿ ਕਿਸੇ ਵੀ ਆਪਾਂ ਗਲਤ ਕੰਮ 'ਚ ਕੋਈ ਚੀਜ਼ ਵਰਤਦੇ ਆ ਉਹ ਫੜੀ ਗਈ ਆ, ਜਿਹੜਾ ਗੁਨਾਹ ਕੀਤਾ ਆ ਉਹ ਵੀ ਫੜਿਆ ਗਿਆ ਆ, ਹੁਣ ਕੋਈ ਸਜ਼ਾ ਹੋਊਗੀ। ਲੋਕ ਇਹ ਉਡੀਕ ਰਹੇ ਸੀਗੇ ਵੀ ਇਹਨਾਂ ਨੂੰ ਸੱਦਿਆ ਜਾਊਗਾ ਉੱਥੇ ਜਾਂ ਤਲਬ ਕਰਕੇ ਇਹਨਾਂ ਨੂੰ ਕੋਈ ਸਜ਼ਾ ਲਾਈ ਜਾਊਗੀ, ਪਰ ਹੋਇਆ ਉਲਟ ਕੇ ਕੱਲ੍ਹ ਜਿਹੜੀ ਚਿੱਠੀ ਆਪਾਂ ਦੱਸੀ ਸੀ, ਪੜ੍ਹ ਕੇ ਸੁਣਾਈ ਸੀਗੀ ਕਿ ਜਥੇਦਾਰ ਅਕਾਲ ਤਖਤ ਸਾਹਿਬ ਦੇ ਜਿਹੜੇ ਨਿੱਜੀ ਸਹਾਇਕ ਨੇ ਸਰਦਾਰ ਰਣਜੀਤ ਸਿੰਘ, ਉਹਨਾਂ ਦੀ ਚਿੱਠੀ ਆ ਗਈ ਕਿ ਜਥੇਦਾਰ ਸਾਹਿਬ ਉਹਨਾਂ ਦੇ ਆਦੇਸ਼ ਆ ਵੀ ਉਹ ਜਿਹੜਾ ਛਾਪਾਖਾਨਾ ਆ ਉਹ ਵਾਪਸ ਇਹਨਾਂ ਨੂੰ ਸੌਂਪਿਆ ਜਾਵੇ, ਤਾਂ ਇਹਨਾਂ ਨੂੰ ਸੌਂਪ ਕੇ ਸਾਨੂੰ ਇਤਲਾਹ ਕਰੋ ਵੀ ਸੌਂਪ ਦਿੱਤਾ ਆ। ਇਹ ਗੱਲ ਹੁਣ ਹਜਮ ਨਹੀਂ ਜੀ ਹੋ ਰਹੀ ਸਥਾਨਕ ਸਿੱਖਾਂ ਨੂੰ। ਉਹ ਕਹਿੰਦੇ ਵੀ ਇਹ ਤਾਂ ਗੱਲ ਸਹੀ ਨਹੀਂ ਹੈਗੀ, ਵੀ ਜਦੋਂ ਗੁਨਾਹ ਹੋਇਆ ਆ, ਸਾਰਿਆਂ ਨੂੰ ਪਤਾ ਇਸ ਗੱਲ ਦਾ ਵੀ ਬਿਨਾਂ ਪ੍ਰਵਾਨਗੀ ਤੋਂ ਸਰੂਪ ਛਾਪੇ ਗਏ ਆ, ਗੁਨਾਹ ਦੇ ਵਿੱਚ ਜਿਹੜੀ ਸ਼ਾਮਲ ਮਸ਼ੀਨਰੀ ਆ ਉਹ ਜ਼ਬਤ ਕੀਤੀ ਗਈ ਆ। ਇਹ ਕਿਹੜਾ ਕਾਨੂੰਨ ਹੈਗਾ ਜਿਹੜਾ ਵੀ ਕਹਿੰਦਾ ਵੀ ਬਿਨਾਂ ਗੁਨਾਹ ਦੀ ਸਜ਼ਾ ਮਿਲਿਆ ਤੇ ਸਮਾਨ ਵੀ ਮੋੜ ਦਿਓ ਤਾਂ ਸਜ਼ਾ ਵੀ ਕੋਈ ਨਹੀਂ ਹੈਗੀ। ਸੋ ਇਸ ਗੱਲ ਕਰਕੇ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਥਾਨਕ ਜਥੇਬੰਦੀਆਂ ਜਿਹੜੀਆਂ ਆ ਉਹ ਅਕਾਲ ਤਖਤ ਸਾਹਿਬ ਨੂੰ ਲਿਖਣ ਵੀ ਜਾ ਰਹੀਆਂ ਆ ਕਿ ਸਾਨੂੰ ਤੁਹਾਡੇ ਆਹੀ ਜਿਹੜੀ ਗੱਲ ਚੰਗੀ ਨਹੀਂ ਲੱਗਦੀ, ਇਹ ਇਨਸਾਫ ਵਾਲੀ ਗੱਲ ਨਹੀਂ ਹੈਗੀ। ਅਤੇ ਬਾਕੀ ਲੋਕ ਜਿਹੜੇ ਆ ਜੋ ਇਸ ਉੱਤੇ ਆਪਣੇ ਅੱਜ ਕੱਲ੍ਹ ਸੋਸ਼ਲ ਮੀਡੀਆ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਆ ਵੀ ਤੁਸੀਂ ਦੱਸੋ ਵੀ ਜਿਹੜੇ ਜਥੇਦਾਰ ਸਾਹਿਬਾਨ ਆ ਵੀ ਉਹਨਾਂ ਨੇ ਤੁਸੀਂ ਕਿਸੇ ਪ੍ਰੈਸ਼ਰ ਅਧੀਨ ਫੈਸਲਾ ਕੀਤਾ ਆ, ਕੋਈ ਤੁਹਾਡੇ ਦਬਾਅ ਪੈ ਗਿਆ, ਕੋਈ ਸਿਫਾਰਿਸ਼ ਆ ਗਈ ਜਾਂ ਕੋਈ ਹੋਰ ਡਰ ਡੁੱਕਰ ਤੁਹਾਨੂੰ ਕੋਈ ਮਜਬੂਰੀ ਤਾਂ ਦੱਸੋ ਕਾਹਦੀ ਆ ਕਿ ਤੁਸੀਂ ਇੱਕ ਗੁਨਾਹਗਾਰ ਨੂੰ ਜਿਹੜਾ ਬਖਸ਼ਣ ਲੱਗੇ ਆ, ਉਹ ਵੀ ਉਸ ਮਾਮਲੇ ਵਿੱਚ ਜਿਹੜੀ ਕਿ ਐਡੀ ਵੱਡੀ ਬੇਅਦਬੀ ਆ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪਣ ਦੀ ਆਗਿਆ ਨਹੀਂ ਅਤੇ ਉਹਨਾਂ ਨੇ ਛਾਪ ਦਿੱਤੇ ਸੀਗੇ। ਅਤੇ ਇਸ ਗੱਲ ਕਰਕੇ ਹੁਣ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਜਿਹੜੀ ਹੈ ਜੀ ਉਹ ਜਵਾਬਦੇਹੀ ਸਥਾਨਕ ਸਿੱਖ ਜਿਹੜੀ ਹੈ ਜ਼ਰੂਰ ਕਰੂਗੀ। ਅਤੇ ਨਾਲ ਦੀ ਨਾਲ ਵੈਸੇ ਵੀ ਜਥੇਦਾਰ ਅਕਾਲ ਤਖਤ ਸਾਹਿਬ ਅੱਜ ਕੱਲ੍ਹ ਗਰਮ ਪਾਣੀ ਵਿੱਚ ਹੈ ਜੀ। ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲਾ ਸ਼ਤਾਬਦੀ ਸਮਾਗਮ ਮਨਾਇਆ ਜੀ ਉਹ ਜੀ, ਉਹਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਅਕਾਲੀ ਦਲ ਬਾਦਲ ਦੇ ਪੱਖ ਦੇ ਵਿੱਚ ਤਕਰੀਰ ਕੀਤੀ ਆ, ਉਸ ਤੋਂ ਬਾਅਦ ਬਹੁਤ ਸਾਰੇ ਲੋਕ ਇਸ ਗੱਲ ਕਰਕੇ ਨਾਰਾਜ਼ ਨੇ ਕਿ ਅਸੀਂ ਤਾਂ ਤੁਹਾਨੂੰ ਸਾਰੀ ਕੌਮ ਦਾ ਜਥੇਦਾਰ ਸਮਝ ਰਹੇ ਸੀਗੇ। ਜੋ ਤੁਸੀਂ ਅਕਸ ਲੋਕਾਂ ਦੇ ਵਿੱਚ ਬਣਾਇਆ ਸੀਗਾ, ਜੋ ਤੁਸੀਂ ਪਹਿਲੇ ਦਿਨ ਤੋਂ ਗੱਲਾਂ ਕਰ ਰਹੇ ਸੀਗੇ ਕਿ ਮੈਂ ਸਾਰਿਆਂ ਦਾ ਜਥੇਦਾਰ ਹਾਂ, ਮੈਂ ਕਿਸੇ ਇੱਕ ਪਾਰਟੀ ਦਾ ਜਥੇਦਾਰ ਹੈ ਨਹੀਂ ਗਾ, ਹੁਣ ਤੁਸੀਂ ਇੱਕ ਪਾਰਟੀ ਦੀ ਝੋਲੀ ਵਿੱਚ ਬਹਿ ਗਏ ਆ ਜਾ ਕੇ। ਉਹ ਤਕਰੀਰ ਤੁਹਾਡੀ ਉੱਧਰ ਨੂੰ ਇਸ਼ਾਰਾ ਕਰ ਰਹੀ ਆ ਵੀ ਇਸ ਗੱਲ ਦੇ ਨਾਲ ਸਾਨੂੰ ਬੜੀ ਤਕਲੀਫ ਹੋਈ ਹੈ ਜੀ। ਇਹ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਹੋਰ TV ਵਗੈਰਾ ਦੇ ਉੱਤੇ ਰਵਾਇਤੀ ਮੀਡੀਆ ਦੇ ਵਿੱਚ ਚਰਚਾ ਜਿਹੜੀ ਆ ਉਹ ਬੜੇ ਵੱਡੇ ਪੱਧਰ 'ਤੇ ਚੱਲ ਗਈ ਆ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕਾਰਜਕਾਰੀ ਜਥੇਦਾਰ ਨੇ ਉਹ ਜਿਹੜੀਆਂ ਗੱਲਾਂ ਕਰਦੇ ਰਹੇ ਆ ਪਿਛੇ 6 ਮਹੀਨਿਆਂ ਦੇ ਵਿੱਚ, ਉਹਨਾਂ ਦੇ ਉੱਤੇ ਆਪੇ ਹੀ ਯੂ ਟਰਨ ਮਾਰ ਕੇ ਇੱਕ ਉਸ ਧਿਰ ਦੇ ਜਿਹੜੇ ਇਕੱਲੇ ਜਥੇਦਾਰ ਬਣਨ ਦੀ ਤਿਆਰੀ ਕਰਦੇ ਪ੍ਰਤੀਤ ਹੋ ਰਿਹਾ, ਜਿਹਨੂੰ ਕਿ ਪਹਿਲਾਂ ਹੀ ਪੰਥ ਜਿਹੜਾ ਨਕਾਰ ਚੁੱਕਾ ਆ, ਜਿਹੜਾ ਕਿ ਕਹਿ ਰਿਹਾ ਕਿ ਇਹ ਬੇਅਦਬੀਆਂ ਦੇ ਦੋਸ਼ੀ ਆ। ਇਹਨਾਂ ਨੇ ਹੁਣ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਦੇ ਮਾਮਲੇ ਦੇ ਵਿੱਚ ਵੀ ਕੋਈ ਲੜ ਸਿਰਾ ਨਹੀਂ ਫੜਾਇਆ ਹੈਗਾ, ਅਤੇ ਉੱਤੋਂ ਜਿਹੜੇ ਜਥੇਦਾਰ ਹੈਗੇ ਆ ਜੋ ਉਹਨਾਂ ਨੂੰ ਉਹਨਾਂ ਦੀਆਂ ਤਾਰੀਫਾਂ ਕਰਨੋਂ ਨਹੀਂ ਹਟਦੇ। ਇਸ ਗੱਲ ਕਰਕੇ ਵੱਡੀ ਨਾਰਾਜ਼ਗੀ ਜਿਹੜੀ ਹੈ ਜੀ ਉਹ ਸਿੱਖਾਂ 'ਚ ਪਾਈ ਜਾ ਰਹੀ ਹੈ। ਪਾਕਿਸਤਾਨ ਦੇ ਵਿੱਚ ਕੋਈ ਪ੍ਰਸਿੱਧ ਵਿਅਕਤੀ ਸੀ, ਕੌਣ ਸੀ, ਉਹਨਾਂ ਦੀ ਮੌਤ ਹੋਈ ਹੈ ਜੀ, ਕੀ ਖਬਰ ਆ ਰਹੀ ਹੈ? ਪਾਕਿਸਤਾਨ ਦੇ ਵਿੱਚ ਜੀ ਮੌਲਾਨਾ ਖਾਦਿਮ ਰਿਜ਼ਵੀ, ਅੱਛਾ ਜੀ, ਜਿਹੜੇ ਆ ਜੀ ਇੱਕ ਸ਼ਖਸੀਅਤ ਸੀਗੇ ਜਿਹੜੇ ਕਿ ਕੱਟੜ ਮੌਲਾਣੇ ਸੀਗੇ ਬਹੁਤ, ਜਦੋਂ ਬੋਲਦੇ ਸੀਗੇ ਬਸ ਕਹਿ ਲਓ ਵੀ ਅੱਗੇ ਉਗਲਦੇ ਹੁੰਦੇ ਸੀਗੇ। ਅੱਛਾ ਜੀ, ਉਮਰ ਬੇਸ਼ੱਕ 54 ਸਾਲ ਹੀ ਸੀਗੀ, ਪਰ ਜੇ ਪਾਕਿਸਤਾਨ ਦੇ ਕੱਟੜ ਮੌਲਾਣਿਆਂ ਦੇ ਵਿੱਚੋਂ ਗਿਣਤੀ ਕਰਨੀ ਹੋਵੇ ਤਾਂ ਉਹਨਾਂ ਦਾ ਪਹਿਲਿਆਂ 10 'ਚ ਨੰਬਰ ਆਪਾਂ ਕਹਿ ਸਕਦੇ ਹਾਂ ਜੀ। ਸਰਕਾਰ ਦੇ ਉਲਟ ਵੀ ਬੋਲਦੇ ਰਹਿੰਦੇ ਸੀ, ਪਰ ਘੱਟ ਗਿਣਤੀਆਂ, ਚਾਹੇ ਉਹ ਹਿੰਦੂ ਆ, ਚਾਹੇ ਸਿੱਖ ਆ, ਚਾਹੇ ਈਸਾਈ ਆ, ਜਾਂ ਈਵਨ ਮੁਸਲਮਾਨਾਂ ਦੇ ਵੀ ਕਈ ਘੱਟ ਗਿਣਤੀ ਫਿਰਕੇ ਹੈਗੇ ਆ, ਉਹਨਾਂ ਦੇ ਉਲਟ ਜਿਹੜਾ ਜੀ ਉਹਨਾਂ ਦਾ ਜਿਹੜਾ ਰਵੱਈਆ ਸੀਗਾ ਬਹੁਤ ਗਰਮ ਹੁੰਦਾ ਸੀਗਾ ਜੀ। ਉਹ ਹੁਣ ਜਿਹੜੇ ਉਹਨਾਂ ਦੇ ਜਾਣਕਾਰ ਆ ਉਹ ਦੱਸ ਰਹੇ ਆ ਕਿ ਬੁਖਾਰ ਚੜ੍ਹਿਆ, ਸਿਰ ਦਰਦ ਹੋਇਆ ਆ, ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਹੈ ਜੀ ਕੁਝ ਹੀ ਦਿਨਾਂ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਆ।
ਸੋ ਇੱਕ ਤਾਂ ਪਾਕਿਸਤਾਨ ਤੋਂ ਜਿਹੜੀ ਖਬਰ ਉਹ ਇਹ ਆ ਰਹੀ ਆ, ਬੀਤੇ ਦੇ ਵਿੱਚ ਉਹ ਦੇਖ ਲਓ ਵੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਵੀ ਉਲਟ ਬੋਲੇ ਆ, ਇੱਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਦੇ ਉਲਟ, ਗੁਰੂ ਨਾਨਕ ਪਾਤਸ਼ਾਹ ਦੇ ਉਲਟ ਵੀ ਜਿਹੜਾ ਆ ਉਹ ਜਿਹੜੇ ਪਾਕਿਸਤਾਨੀ ਮੁਸਲਮਾਨ ਆ ਉਹਨਾਂ ਨੂੰ ਭੜਕਾਉਂਦੇ ਰਹੇ ਆ। ਇੱਕ ਹਾਫਿਜ਼ ਸਈਦ ਬਹੁਤ ਵੱਡਾ ਨਾਂ ਹੈ ਜੀ ਪਾਕਿਸਤਾਨ ਦੇ ਵਿੱਚ, ਭਾਰਤ ਦੇ ਵਿੱਚ। ਸੰਯੁਕਤ ਰਾਸ਼ਟਰ ਨੇ ਵੀ ਉਹਦੇ ਸਿਰ ਤੇ ਨਾਮ ਰੱਖਿਆ ਹੋਇਆ ਸੀਗਾ। ਭਾਰਤ ਉਸ ਦੇ ਉੱਤੇ ਇਹ ਦੋਸ਼ ਲਾਉਂਦਾ ਕਿ ਮੁੰਬਈ ਜਿਹੜਾ ਹਮਲਾ ਹੋਇਆ ਸੀਗਾ 26/11, ਉਹਦਾ ਜਿਹੜਾ ਮੁੱਖ ਸਾਜ਼ਿਸ਼ ਘਾੜਾ ਸੀਗਾ ਹਾਫਿਜ਼ ਸਈਦ ਸੀਗਾ। ਅਮਰੀਕਾ ਵੱਲੋਂ, ਭਾਰਤ ਵੱਲੋਂ, ਹੋਰ ਦੁਨੀਆ ਵੱਲੋਂ ਬੜਾ ਪ੍ਰੈਸ਼ਰ ਸੀਗਾ ਕਿ ਹਾਫਿਜ਼ ਸਈਦ ਖੁੱਲ੍ਹਾ ਫਿਰਦਾ ਪਾਕਿਸਤਾਨ ਦੇ ਵਿੱਚ। ਪਾਕਿਸਤਾਨ ਸਰਕਾਰ ਨੇ ਇੱਕ ਮਾਮਲੇ ਦੇ ਵਿੱਚ ਉਹਨੂੰ ਗ੍ਰਿਫਤਾਰ ਕਰਕੇ ਕੋਟ ਲਖਪਤ ਜੇਲ੍ਹ 'ਚ ਅੰਦਰ ਕੀਤਾ ਹੋਇਆ ਜੀ। ਹੁਣ ਉਹਦੇ ਉੱਤੇ ਜਿਹੜੇ ਦੋਸ਼ ਇਸ ਅਦਾਲਤ 'ਚ ਸਾਬਤ ਹੋ ਗਏ ਆ ਕਿ ਉਹਨੇ ਦਹਿਸ਼ਤਗਰਦਾਂ ਦੀ ਫੰਡਿੰਗ ਦੇ ਵਾਸਤੇ ਜਿਹੜੇ ਪੈਸੇ ਇਕੱਠੇ ਕੀਤੇ ਆ ਗੈਰ ਕਾਨੂੰਨੀ ਤਰੀਕੇ ਜੀ। ਉਸ ਮਾਮਲੇ ਦੇ ਵਿੱਚ ਅਦਾਲਤ ਨੇ ਜਿਹੜੀ ਆ ਉਹਨੂੰ 10 ਸਾਲ ਕੈਦ ਦੀ ਜਿਹੜੀ ਆ ਉਹ ਸਜ਼ਾ ਸੁਣਾਈ ਹੈ ਜੀ। ਸੁਮੇਧ ਸੈਣੀ ਹੋਣਾ ਦੇ ਮਾਮਲੇ 'ਚ ਕੀ ਅਪਡੇਟ ਹੈ ਜੀ? ਸੁਮੇਧ ਸੈਣੀ ਹੈ ਜੀ, ਉਹ ਅਦਾਲਤਾਂ ਦਾ ਕਹਿ ਲਓ ਵੀ ਬੜਾ ਚਹੇਤਾ ਬੱਚਾ ਆ, ਅਤੇ ਅਦਾਲਤਾਂ ਉਹਦੀ ਬੜੀ ਪੁਸ਼ਤ ਪਨਾਹੀ ਕਰ ਰਹੀਆਂ ਆ। ਪਹਿਲਾਂ ਤਾਂ ਅਦਾਲਤ ਕਹਿੰਦੀ ਸੀਗੀ ਸੁਪਰੀਮ ਕੋਰਟ ਵੀ ਐਡੀ ਕਾਹਲੀ ਕਾਹਦੀ ਆ ਤੁਹਾਨੂੰ ਫੜਨ ਦੀ ਉਹਨੂੰ, ਹੈ ਨਾ, ਵੀ 30 ਸਾਲ ਪੁਰਾਣਾ ਕੇਸ ਆ, ਜਿੱਥੇ ਇੰਨਾ ਸਬਰ ਕਰ ਲਿਆ ਹੋਰ ਨਹੀਂ ਹੁੰਦਾ। ਹੁਣ ਕੀ ਗੱਲ ਹੈ ਕਿ 4 ਵੀਕਾਂ ਦੀ ਜਿਹੜੀ ਜ਼ਮਾਨਤ ਆ, ਉਸ ਤੋਂ ਬਾਅਦ ਜਦੋਂ ਸਮਾਂ ਆਇਆ ਕਿ ਸੁਪਰੀਮ ਕੋਰਟ ਨੇ ਫੈਸਲਾ ਕਰਨਾ ਸੀਗਾ, ਅਤੇ ਉਹ ਫੈਸਲਾ ਜਿਹੜਾ ਜੀ ਰਾਖਵਾਂ ਰੱਖ ਲਿਆ। ਅਤੇ ਹੁਣ ਆਸ ਸੀਗੀ ਕਿ ਕੱਲ੍ਹ ਜਿਹੜਾ ਫੈਸਲਾ ਹੋ ਸਕਦਾ ਸੀਗਾ, ਹੁਣ ਫਿਰ ਅਗਾਂਹ ਜਿਹੜੀ ਤਰੀਕ ਹੈਗੀ ਆ ਜੀ ਉਹ ਮੁਲਤਾਨੀ ਕੇਸ ਦੇ ਵਿੱਚ 3 ਦਸੰਬਰ ਦੇ ਉੱਤੇ ਪਾ ਦਿੱਤੀ ਗਈ ਆ, ਤਾਂ ਕਿ ਜਾਨੂੰ ਅਗਲਾ ਕੋਈ ਹੋਰ ਆਪਣਾ ਬੰਨ ਸਭ ਜਿਹੜਾ ਜੀ ਕਰ ਸਕੇ, ਕਿਸੇ ਤਰੀਕੇ ਬਚਾਇਆ ਜਾ ਸਕੇ ਉਹਨੂੰ। ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਜੀ, ਮਿਹਰਬਾਨੀ। ਧੰਨਵਾਦ ਜਸਕਰਨ ਜੀ ਤੁਹਾਡਾ, ਅਤੇ ਇੱਕ ਵਾਰੀ ਫਿਰ ਤੁਹਾਨੂੰ ਅਤੇ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਖਬਰਾਂ ਤੇ ਗੁਰਪ੍ਰੀਤ ਜੀ ਦਾ ਤਬਸਰਾ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।